subscribe to our YouTube channel and press the bell icon for the latest updates. इन्ना देरा अवलड़े ने ए बदल खारे ने धरती च शब्द बीज दे अंबरां दे सिरनावे ने अंबरां दे सिरनावे 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 अंबरां दे सिरनावे। दोस्तों, अंबरां दे सिरनावे प्रोग्राम च तुहाडा स्वागत है। मनदीप सिद्धू के चैनल ते अज साडे स्टूडियो च बलदेव सिंह आए ने, नावलकार, नावलिस्ट, कहानीकार, नाटककार। अज असीं उन्हां दी जिंदगी बारे उन्हां नाल गलबात करांगे। बलदेव जी, तुहाडा बहुत बहुत स्वागत है। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਹੈ ਦਰਸ਼ਕਾਂ ਨਾਲ ਰੂਬਰੂ ਹੋਣ ਦਾ, ਸਾਹਿਤ ਬਾਰੇ ਗੱਲ ਕਰਨ ਦਾ। ਮਿਹਰਬਾਨੀ। ਬਲਦੇਵ ਜੀ, ਆਪਾਂ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਤੁਹਾਡੇ ਸਫ਼ਰ ਤੋਂ ਜੀ ਕਿ ਤੁਸੀਂ ਟੀਚਿੰਗ ਲਾਈਨ ਛੱਡ ਕੇ, ਜਦੋਂ ਕਿ ਬੜੀ ਖੂਬਸੂਰਤ ਘਟਨਾਵਾਂ ਨੂੰ, ਜ਼ਿੰਦਗੀ ਨੂੰ ਅੰਜਾਮ ਦੇਣ ਵਾਲੀ ਲਾਈਨ ਸੀਗੀ, ਉਹ ਛੱਡ ਕੇ ਤੁਸੀਂ ਕਲਕੱਤੇ ਦੇ ਸਫ਼ਰ ਨੂੰ ਕਿੱਦਾਂ ਚੁਣਿਆ? ਤੁਸੀਂ ਉੱਥੇ ਟਰਾਂਸਪੋਰਟ ਖੋਲੀ ਜਾ ਕੇ, ਉਹਦੇ ਬਾਰੇ ਸਾਡੇ ਨਵੇਂ ਦਰਸ਼ਕ, ਤੁਹਾਡੇ ਨਵੇਂ ਪਾਠਕ ਜਾਣਨਾ ਚਾਹੋਗੇ। ਵਿਸ਼ਾਲ ਜੀ, ਦਰਅਸਲ ਨਾ ਮੈਂ ਵੀ ਕਦੇ ਕਦੇ ਜਦੋਂ ਸੋਚਦਾ ਹੁੰਦਾ ਨਾ ਤੇ ਬੜਾ ਹੈਰਾਨ ਹੁੰਦਾ ਵੀ ਇਹ ਕੀ ਸੀ ਮੇਰੇ ਅੰਦਰ। ਵੀ ਮੈਂ ਸਰਕਾਰੀ ਨੌਕਰੀ ਛੱਡ ਕੇ, ਉਹ ਵੀ ਅਧਿਆਪਕ ਦੀ ਨੌਕਰੀ ਛੱਡ ਕੇ ਚਲਾ ਗਿਆ ਟਰਾਂਸਪੋਰਟ ਲਾਈਨ ਵਿੱਚ ਕਲਕੱਤੇ। ਮੈਂ ਬਹੁਤ ਪਿੱਛੇ ਥੋੜਾ ਜਿਹਾ ਹੋਰ ਜਾਣਾ ਚਾਹੁੰਦਾ। ਜਿਸ ਤਰ੍ਹਾਂ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੜ੍ਹਾਈ ਸ਼ੁਰੂ ਹੋਈ, ਮਿਹਨਤਕਸ਼ ਪਰਿਵਾਰ ਸੀ, ਔਰ ਮੈਨੂੰ ਇੰਨਾ ਯਾਦ ਆ ਵੀ ਮੈਂ ਨੰਗੇ ਪੈਰੀਂ ਤੇ ਮੋਢੇ 'ਚ ਬਸਤਾ ਪਾ ਕੇ ਤੇ ਹੱਥ 'ਚ ਪੱਟੀ ਲੈ ਕੇ ਤੇ ਬੋਰੀ ਵੀ ਨਾਲ ਹੀ ਹੁੰਦੀ ਸੀ। ਮੈਂ ਉਸ ਸਮੇਂ ਦੇ ਸਕੂਲ 'ਚ ਪੜ੍ਹਿਆ ਹੈਗਾ। ਜਿਵੇਂ ਕਿਵੇਂ 9ਵੀਂ 10ਵੀਂ ਹੋ ਗਈ, ਘਰ 'ਚ ਕੋਈ ਇਹੋ ਜਿਹਾ ਮਾਹੌਲ ਨਹੀਂ ਸੀ, ਅਖਬਾਰ ਨਹੀਂ ਸੀ ਆਉਂਦਾ, ਕਿਤਾਬਾਂ ਨਹੀਂ ਹੁੰਦੀਆਂ ਸੀ, ਔਰ ਨਾ ਮਾਂ-ਬਾਪ ਦੇ ਕੋਈ ਸੁਪਨੇ ਸੀ ਇਹੋ ਜਿਹੇ ਵੀ ਅਸੀਂ ਬਣਾਉਣਾ ਕੀ ਆ ਬੱਚਿਆਂ ਨੂੰ। ਉਹਨਾਂ ਨੂੰ ਪੜ੍ਹਾਉਣ ਦਾ ਜ਼ਰੂਰ ਸੁਪਨਾ ਸੀ ਵੀ ਇਹਨਾਂ ਨੂੰ ਪੜ੍ਹਾਉਣਾ ਹੈ ਵੱਧ ਤੋਂ ਵੱਧ। 10ਵੀਂ ਕਰ ਲਈ, 12ਵੀਂ ਕਰ ਲਈ, BA ਕਰ ਲਈ। ਔਰ ਜਦੋਂ ਤੁਹਾਡਾ ਕੋਈ ਨਾ ਫੋਕਸ ਨਾ ਹੋਵੇ, ਟਾਰਗੇਟ ਨਾ ਹੋਵੇ ਕਿਸੇ ਬਣਨ ਲਈ ਵੀ ਤੁਸੀਂ ਬਣਨਾ ਕੀ ਹੈ, ਜੇ ਫੌਜ ਨੌਕਰੀ ਨਿਕਲੀ ਉੱਥੇ ਉੱਥੇ ਦੇ ਗਿਆ ਇਮਤਿਹਾਨ ਦੇਣ, ਜੇ ਕਿਤੇ 에ਅਰ ਫੋਰਸ ਦੀ ਨਿਕਲੀ ਉੱਥੇ ਚਲਾ ਗਿਆ, ਜੇ ਹੋਰ ਨਿਕਲੀ। ਹੁਣ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਦਾ ਜਿਹੜਾ ਵਿਦਿਆਰਥੀ ਹੈ, ਜਿਹੜਾ ਉੱਥੋਂ ਨਿਕਲ ਕੇ, ਜਿਹੜਾ ਕੋਈ ਤਾਮਿਲਨਾਡੂ ਤੋਂ ਆਇਆ, ਕੋਈ ਬੰਗਾਲ ਤੋਂ ਆਇਆ, ਕੰਪੀਟੀਸ਼ਨ ਵਿੱਚ ਅੰਗਰੇਜ਼ੀ ਕਿੱਥੇ ਆਉਂਦੀ ਸੀ ਉਦੋਂ, ਤੋਂ ਰਹਿ ਜਾਣਾ। ਫਿਰ ਅਖੀਰ ਇਹ ਸੋਚਿਆ ਵੀ ਚਲੋ B.Ed ਕਰ ਲੈਂਦੇ ਆ, BA ਤਾਂ ਕੀਤੀ ਹੈ। ਕਦੇ ਕਦੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਸਭ ਤੋਂ ਮਹੱਤਵਪੂਰਨ ਜਿਹੜਾ ਨਾ ਇਹ ਜੌਬ ਹੈ ਅਧਿਆਪਕ ਦਾ, ਜਿਹਨੇ ਬੱਚਿਆਂ ਦਾ ਭਵਿੱਖ ਸਵਾਰਨਾ ਹੁੰਦਾ ਹੈ, ਜਿਹਨੇ ਸਮਾਜ ਨੂੰ ਵੀ ਬਦਲਣਾ ਹੁੰਦਾ, ਮੈਂ ਇਹ ਕਹਿ ਸਕਦਾ। ਬਿਲਕੁਲ। ਤੁਸੀਂ ਦੇਖੋ ਵੀ ਇਹ ਮੈਂ ਹੈਰਾਨ ਉਦੋਂ ਹੁੰਦਾ ਜਦੋਂ ਇਹ ਸਾਰਾ ਕੁਝ ਸੋਚਦਾ ਹੈ ਵੀ ਉਹ ਜਾਂਦੇ ਨੇ ਮਾਸਟਰੀ ਵਿੱਚ ਜਿਹੜਾ ਹੋਰ ਕਿਤੇ ਜਾ ਨਹੀਂ ਸਕਦੇ। ਚਲੋ B.Ed ਕਰ ਲਈਏ। ਫਿਰ ਇਵੇਂ ਮੈਂ ਸਮਝਦਾ ਵੀ ਜਿਹੜੇ LLB ਕਰਦੇ ਨੇ ਵਿਦਿਆਰਥੀ, ਉਹ ਵੀ ਕਿਤੇ ਹੋਰ ਕਿਸੇ ਪਾਸੇ ਫਿੱਟ ਨਹੀਂ ਹੁੰਦੇ। ਤੇ ਸਭ ਤੋਂ ਉਦੋਂ ਵੀ ਮਹੱਤਵਪੂਰਨ ਉਹ ਹੈ ਜਿਨ੍ਹਾਂ ਨੇ ਇਨਸਾਫ ਦਿਵਾਉਣਾ ਹੁੰਦਾ ਬੇਕਸੂਰਿਆਂ ਨੂੰ, ਜਿਨ੍ਹਾਂ ਨੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣੀ ਹੁੰਦੀ ਹੈ, ਉਹ LLB ਚਲੇ ਜਾਂਦੇ। ਖੈਰ ਮੈਂ ਅਧਿਆਪਕ ਬਣ ਗਿਆ। ਪਰ ਜਿਹੜੇ ਮਿਹਨਤ ਕਸ਼ ਪਰਿਵਾਰ ਨੇ ਮੈਨੂੰ ਪੜ੍ਹਾਇਆ ਸੀ, ਜਿਹੜੇ ਸੁਪਨੇ ਮੇਰੇ ਤੇ ਲਏ ਸੀਗੇ, ਜਾਂ ਜਿਹੜੇ ਹਾਲਾਤਾਂ ਵਿੱਚੋਂ ਮੈਂ ਨਿਕਲਿਆ ਸੀ, ਜਦੋਂ ਮੈਂ ਉਹ ਦੇਖਿਆ ਵੀ
166 ਰੁਪਏ ਤਨਖਾਹ ਨਾਲ ਮੈਂ ਨਾ ਆਪਣਾ ਕੁਝ ਕਰ ਸਕਦਾ ਨਾ ਪਰਿਵਾਰ ਦਾ ਕੁਝ ਕਰ ਸਕਦਾ। 3 ਸਾਲ ਤਾਂ ਔਕੇ ਸੌਕੇ ਮੈਂ ਕੀਤੀ ਨੌਕਰੀ। ਕਿਸੇ ਦੋਸਤ ਨੇ ਕਿਹਾ ਵੀ ਹਿਮਾਚਲ ਦੇ ਵਿੱਚ ਡਬਲ ਪੇ ਹੈ, ਉੱਥੇ ਪਹਾੜੀ ਲੋਨ ਵਗੈਰਾ ਮਿਲਦੇ ਨੇ, ਹੋਰ ਸਾਰਾ ਕੁਝ ਹੈਗਾ। 3 ਸਾਲ ਬਾਅਦ ਅਸੀਂ ਉਧਰ ਮੈਂ ਚਲਾ ਗਿਆ ਉਧਰ ਪਹਾੜਾਂ 'ਚ। ਉੱਥੋਂ ਵੀ ਮੈਂ ਸਮਝਦਾ ਵੀ ਆਪਣੀ ਗੱਲਬਾਤ ਪਤਾ ਨਹੀਂ ਕਿੰਨੀ ਹੋਣੀ, ਲੰਮੀ ਨਾ ਹੋ ਜਾਵੇ। ਉੱਥੋਂ ਵੀ ਮੈਂ ਜਦੋਂ ਵਾਪਸ ਆਇਆ ਛੁੱਟੀਆਂ, ਉੱਥੇ ਸਰਦੀਆਂ ਵਿੱਚ ਛੁੱਟੀਆਂ ਹੋ ਜਾਂਦੀਆਂ ਸੀ, ਤੇ ਮੇਰਾ ਕਲਕੱਤੇ ਦਾ ਇੱਕ ਜਿਹੜੇ ਮੇਰੇ ਨਾਲ ਹਮਜਮਾਤੀ ਸੀ 8ਵੀਂ 'ਚ ਫੇਲ ਹੋ ਕੇ ਗਏ ਹੋਏ ਸੀ, ਹੋਰ ਵੀ ਸੀ 1-2, ਉਹ ਕਿਤੇ ਇੱਕ ਆਇਆ ਪੂਰੀ ਉਹਦੀ ਟੌਰ ਕੱਢੀ ਹੋਈ, ਚੀਰੇ ਵਾਲੀ ਪੱਗ ਬੰਨੀ ਹੋਈ, ਕੜਾ ਪਾਇਆ ਹੋਇਆ, ਛਾਪਾਂ ਪਾਈਆਂ ਹੋਈਆਂ, ਔਰ ਸ਼ਾਮ ਦਾ ਟਾਈਮ ਸੀ, ਘੁੱਟ ਲੱਗੀ ਵੀ ਹੋਈ ਸੀ ਉਹਦੀ। ਉਹਨੇ ਆਖਿਆ ਵੀ ਉਹ ਮਾਸਟਰ ਆਇਆ ਜਿਹੜਾ ਆਪਣੇ ਨਾਲ ਪੜ੍ਹਦਾ ਹੁੰਦਾ ਸੀ, ਆਪਾਂ ਉਹਨੂੰ ਮਿਲ ਕੇ ਆਉਂਦੇ। ਮੈਨੂੰ ਉਹ ਪੁੱਛਦਾ ਵੀ ਕਿੰਨੀ ਕੁ ਤਨਖਾਹ ਮਿਲਦੀ ਹੈ ਮਾਸਟਰ, ਉਹਨੇ ਜਿਹੜੀ ਥੋੜਾ ਜਿਹਾ ਤੰਜ਼ ਨਾਲ ਮੈਨੂੰ ਪੁੱਛਿਆ। ਮੈਂ ਕਿਹਾ ਵੀ 350 ਮਿਲਦੀ ਹੈ, ਉੱਥੇ ਡਬਲ ਤਨਖਾਹ ਸੀਗੀ। ਕਹਿੰਦਾ ਬਸ। ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਮੈਂ ਆਪਣੇ ਜਾਣੇ ਦਾ ਡਬਲ ਤਨਖਾਹ ਤੇ ਗਿਆ ਹੋਇਆ। ਮੈਂ ਕਿਹਾ ਗੱਲ ਕੀ ਹੈ? ਕਹਿੰਦਾ 350 ਦੀ ਅਸੀਂ ਢਾਬੇ ਤੇ ਬੈਠੇ 1 ਡੱਗ ਦੀ ਰੋਟੀ ਖਾ ਜਾਂਦੇ। ਮੇਰੇ ਮਨ 'ਚ ਆਇਆ ਵੀ ਤੂੰ ਇਹਨਾਂ ਤੋਂ ਬਾਅਦ ਜਿਹੜੇ 7-8 ਸਾਲ ਹੋਰ ਵੀ ਲਾਏ ਨੇ, ਉਹ ਤੇਰੇ ਕਿੱਧਰ ਗਏ? ਇਹ 8ਵੀਂ 'ਚੋਂ ਫੇਲ ਹੋ ਕੇ ਵੀ ਤੇਰੇ ਨਾਲੋਂ ਜ਼ਿਆਦਾ ਕਮਾਈ ਕਰ ਰਹੇ ਆ। ਔਰ ਸੱਚਮੁੱਚ ਵੀ ਇਹ ਲਾਲਸਾ ਬੜੀ ਸੀ ਵੀ ਕਿਵੇਂ ਵੱਧ ਤੋਂ ਵੱਧ ਕਮਾਈ ਕਰਕੇ ਪਰਿਵਾਰ ਨੂੰ ਸੌਖਾ ਕਰਾਂ। ਉਹ ਮੈਂ ਪਹਾੜਾਂ 'ਚੋਂ ਲਈ ਮੈਡੀਕਲ ਲੀਵ ਤੇ ਮੈਂ ਕਲਕੱਤੇ ਚਲਾ ਗਿਆ ਆਪਣੇ ਨਾਲ। ਕਿਸੇ ਨੂੰ ਸੁਪਨਾ ਵੀ ਘਰਦਿਆਂ ਨੂੰ ਦੱਸਿਆ ਨਹੀਂ, ਜਾਣੀ ਕੋਈ ਸੁਪਨਾ ਇੱਕੋ ਹੀ ਸੀ ਵੀ ਕਿਵੇਂ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ, ਕਿਵੇਂ ਵੱਧ ਤੋਂ ਵੱਧ ਪੈਸੇ ਕਮਾਏ ਜਾ ਸਕਦੇ ਆ। ਹੋਰ ਕੋਈ ਸੁਪਨਾ ਨਹੀਂ ਸੀ। ਮੈਂ ਤੇ ਜਿਹੜੀ ਕਲੀਅਰ ਕਹਿਣਾ ਚਾਹੁੰਦਾ ਵੀ ਮੇਰੇ ਮਨ 'ਚ ਉਹੀ ਸੀ ਵੀ ਯਾਰ ਜੇ ਉਹ ਲੋਕ 8ਵੀਂ ਫੇਲ ਜਿਹੜੇ ਆ ਬਹੁਤ ਵਧੀਆ ਜ਼ਿੰਦਗੀ ਜਿਉਂ ਸਕਦੇ ਆ, ਤੇ ਮੈਂ ਤਾਂ ਹੁਣ BA BEd ਵੀ ਕੀਤੀ, ਮੈਂ ਕਿਉਂ ਨਹੀਂ ਜਿਉਂ ਸਕਦਾ? ਮੈਂ ਚਲੋ ਦੇਖਦੇ ਆ, ਕਾਰੋਬਾਰ ਕਰਕੇ ਦੇਖਦੇ ਆ। ਉਹਨਾਂ ਨੇ ਮੈਨੂੰ ਜਦੋਂ ਮੈਂ ਗਿਆ ਤੇ ਪਹਿਲਾਂ ਤਾਂ ਹੈਰਾਨ ਹੋਏ, ਦੂਸ਼ਣ ਵੀ ਲੱਗੇ ਮੇਰੇ ਤੇ। ਕਦ ਕੋਈ ਕਹੇ ਇਹਨੇ ਕੋਈ ਕੁੜੀ ਛੇੜ ਲਈ ਹੋ, ਕੋਈ ਕਹੇ ਕਿਸੇ ਮਾਸਟਰੀ ਨਾਲ ਪੰਗਾ ਲਿਆ ਹੋ, ਜਿਹੜਾ ਭੱਜ ਕੇ ਆਇਆ ਮਾਸਟਰੀ ਛੱਡ ਦਿੱਤੀ ਜਿਹਨੇ, ਜਿਹੜੀ ਮਾਸਟਰੀ ਛੱਡ ਕੇ ਆਇਆ। ਇੱਕ ਉਹਨਾਂ ਨੇ ਕਿਹਾ ਸੀ ਇਹ ਮੁੜ ਨਾ ਜਾਵੇ ਕਿਤੇ, ਉਹ ਇੱਥੇ ਮੌਜਾਂ ਤੂੰ ਦੇਖੀ ਇੱਥੇ। ਉਹ ਜਿਉਂ ਉਹਨਾਂ ਨੇ ਮੈਨੂੰ ਲਾਰੇ ਲੂਰੇ ਲਾ ਕੇ ਜੇ ਉੱਥੇ ਮੈਨੂੰ ਪਹਿਲਾਂ ਤਾਂ ਮੈਨੂੰ ਗੱਡੀ ਨਾਲ ਲੈ ਗਏ 15-20 ਦਿਨ ਮਹੀਨਾ, ਆ ਤੂੰ ਦੇਖੀ ਤੂੰ ਰਾਹ 'ਚ ਢਾਬਿਆਂ ਤੇ ਉੱਤੇ ਦਾਰੂ ਪੀਣੀ, ਉਹਨਾਂ ਨੇ ਜੂਆ ਖੇਡਣਾ, ਤਾਸ਼ਾਂ ਖੇਡਣੀਆਂ। ਮੈਂ ਯਾਰ ਲਾਈਫ ਵੀ ਵਧੀਆ, ਕਮਾਈ ਵੀ ਵਧੀਆ, ਤੇ ਚਲੋ ਛੱਡੋ। ਮੈਂ ਗਿਆ ਨਹੀਂ ਉੱਥੇ। ਹੌਲੀ ਹੌਲੀ ਡਰਾਈਵਰੀ ਸਿੱਖੀ, ਡਰਾਈਵਰੀ ਸਿੱਖ ਕੇ ਟਰੱਕ ਚਲਾਇਆ, ਹੌਲੀ ਹੌਲੀ ਆਪਦਾ ਟਰੱਕ ਬਣਾਇਆ, 1 ਤੋਂ 2 ਬਣਾਏ। ਹੌਲੀ ਮੈਂ ਆਪਣੀ ਟਰਾਂਸਪੋਰਟ ਜਾਣੀ ਐਜੂਕੇਸ਼ਨ ਮੇਰੇ ਕੋਲ ਹੀ ਸੀ। ਮੇਰਾ ਤੇ ਉਹਨਾਂ 'ਚ ਇਹੀ ਫਰਕ ਰਿਹਾ ਵੀ ਉਹ ਜੇ ਉੱਥੇ 150, 150, 200 ਮੇਰੇ ਸੰਪਰਕ ਵਿੱਚ ਸੀ, ਉਹ ਅਨਪੜ੍ਹ ਸੀ ਜਾਂ 8 ਫੇਲ ਸੀ, ਕੋਈ 10 ਫੇਲ ਸੀ, ਹੋ ਸਕਦਾ ਕੋਈ 10ਵੀਂ ਪਾਸ ਵੀ ਹੋਵੇ। ਤੇ ਉਹਨਾਂ ਵਿੱਚ ਮੈਂ ਇੱਕ ਪੜ੍ਹਿਆ ਲਿਖਿਆ ਡਰਾਈਵਰ ਸੀ, ਔਰ ਉਸ ਐਜੂਕੇਸ਼ਨ ਨੇ ਮੈਨੂੰ ਬਹੁਤ ਜ਼ਿਆਦਾ ਮਦਦ ਵੀ ਕੀਤੀ ਆਪਣੇ ਕੰਮ ਨੂੰ ਰਾਈਜ਼ ਕਰਨ ਲਈ। ਉਹ ਵੀ ਜਿਹੜੇ ਮੈਨੂੰ ਟੀਚਰਾਂ ਕਰਦੇ ਹੁੰਦੇ ਸੀ, ਉਹ ਫਿਰ ਕਰਿਆ ਕਰਨ ਵੀ ਬਾਈ ਚੱਲੀ ਅੱਜ ਕੋਰਟ 'ਚ ਕੇਸ ਆ ਯਾਰ, ਉੱਥੇ ਸਾਡੀ ਗੱਲ ਕਰਨੀ ਹੈ, ਚੱਲੀ RTA ਦਾ ਦੇਖੀ ਨੋਟਿਸ ਕੀ ਹੈ, ਚੱਲੀ ਅੱਜ ਮੇਰਾ ਚਲਾਨ ਹੋਇਆ ਉਸ ਥਾਣੇ ਗੱਲ ਕਰਨੀ ਹੈ। ਉਹ ਜਿਹੜੀ ਉਹ ਫਿਰ ਨਾਲ ਉਹਨਾਂ ਦੇ ਕੰਮ ਵੀ ਕਰਦਾ ਰਹਾ, ਨਾਲ ਮੇਰਾ ਆਪਣਾ ਕਾਰੋਬਾਰ। ਬਲਦੇਵ ਜੀ ਇਹ ਤਾਂ ਹੋ ਗਈ ਗੱਲ ਤੁਹਾਡਾ ਸਫ਼ਰ, ਮਤਲਬ ਵੀ ਉੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਸੈੱਟ ਕੀਤਾ। ਜਿਹੜਾ ਤੁਹਾਡਾ ਮਤਲਬ ਲੇਖਾਂ ਵੱਲ ਤੁਹਾਨੂੰ ਕਿੰਨੇ ਮੋੜਿਆ? ਲਿਖਣ ਵੱਲ ਜਿੱਦਾਂ ਤੁਹਾਡਾ ਸੜਕਨਾਮਾ ਮੇਰਾ ਖਿਆਲ ਉੱਥੋਂ ਹੀ ਸ਼ੁਰੂ ਹੋਇਆ, ਨਾਗਮਣੀ ਦੇ ਵਿੱਚ ਪਹਿਲਾਂ ਸ਼ੁਰੂਆਤ ਹੋਈ। ਬਿਲਕੁਲ। ਉਹ ਕਿੱਦਾਂ ਸਬਬ ਬਣਿਆ, ਕਿਹਦੇ ਤੋਂ ਪ੍ਰਭਾਵਿਤ ਹੋਏ? ਦੇਖੋ ਇਹ ਮੇਰਾ ਕੋਈ ਸੁਪਨਾ ਨਹੀਂ ਸੀਗਾ ਵੀ ਲੇਖਕ ਬਣਨਾ ਹੈ, ਪਰ ਜਿਸ ਤਰ੍ਹਾਂ ਦਾ ਵਿਵਹਾਰ ਸਮਾਜ ਦਾ ਇੱਕ ਡਰਾਈਵਰ ਪ੍ਰਤੀ ਸੀ, ਕਿਉਂਕਿ ਮੈਂ ਡਰਾਈਵਰ ਦਾ ਜੀਵਨ ਆਪ ਹੰਢਾਇਆ ਸੀ, ਮੈਂ ਬਾਕੀ ਡਰਾਈਵਰਾਂ ਨੂੰ ਦੇਖਦਾ ਸੀ। ਸਾਡਾ ਭਾਈਚਾਰਾ ਸੀ ਇੱਕ ਤਰ੍ਹਾਂ ਦਾ, ਜਿਹੜਾ ਬੰਦਾ ਇੰਨੇ ਸਾਲ 10, 12, 20 ਸਾਲ ਤੱਕ ਟਰਾਂਸਪੋਰਟ 'ਚ ਰਵੇ। ਮੈਂ ਸੋਚਦਾ ਸੀ ਵੀ ਸਮਾਜ ਦਾ ਸਾਡੇ ਪ੍ਰਤੀ ਜਿਹੜਾ ਰਵੱਈਆ ਹੈ ਉਹ ਇਸ ਤਰ੍ਹਾਂ ਦਾ ਹੈਗਾ ਵੀ ਜਿਵੇਂ ਸਾਨੂੰ ਤਿਰਸਕਾਰਾਂ ਦੇਖਦੇ ਹੁੰਦੇ ਆ ਵੀ ਜੇ ਜਾਨੀ ਸਾਡੇ ਸਮਾਜ ਦੇ 100 ਬੰਦੇ ਨਹੀਂਗੇ, ਸਮਾਜ 'ਚੋਂ ਹੈ ਹੀ ਨਹੀਂਗੇ। ਜੇ ਕਿਤੇ ਐਕਸੀਡੈਂਟ ਵੀ ਆਉਣਾ ਨਿਕਲਣਾ 10 ਬੰਦੇ ਮਰ ਗਏ, ਕੋਈ ਪੁੱਛਣਾ ਡਰਾਈਵਰ ਵੀ ਮਰ ਗਿਆ ਸੀ, ਉਹਨੂੰ ਬੰਦਿਆਂ 'ਚ ਨਹੀਂ ਸ਼ਾਮਲ ਕਰਦੇ। ਜੇ ਅਸੀਂ ਕਿਤੇ ਕਮਰਾ ਲੈਣ ਜਾਣਾ ਕਿਰਾਏ ਤੇ, ਬਾਹਰ ਲਿਖਿਆ ਹੁੰਦਾ ਸੀ ਟੂਲੈਟ, ਅਸੀਂ ਪੁੱਛਣਾ ਵੀ ਕਮਰਾ ਚਾਹੀਦਾ, ਉਹ ਕਹਿੰਦੇ ਕੀ ਕੰਮ ਕਰਦੇ ਹੋ? ਟਰੱਕ ਡਰਾਈਵਰ ਹੈ। ਨਹੀਂ ਇਹ ਤਾਂ ਹੋ ਗਈ ਸਾਡੀ ਗੱਲ, ਕੱਲ ਹੋ ਗਈ,
ਇਹ ਤਾਂ ਅਸੀਂ ਦੇਤਾ ਕਿਰਾਏ ਤੇ। ਯਾਨੀ ਡਰਾਈਵਰਾਂ ਨੂੰ ਨਫ਼ਰਤ ਕਰਦੇ ਸੀ। ਜੇ ਕਿਤੇ ਬੈਠੇ ਆ ਟਰੱਕ ਯੂਨੀਅਨ ਦੇ ਵਿੱਚ 8-10 ਡਰਾਈਵਰ ਉਹਦੇ ਤਾਸ਼ ਖੇਡਦੇ ਆ, ਰੌਲਾ ਪਾਉਂਦੇ ਆ, ਜੇ 2-4 ਔਰਤਾਂ ਲੰਘ ਰਹੀਆਂ ਨਾ ਨੇ ਇੱਧਰ ਨਹੀਂ ਜਾਣਾ, ਜੇ ਡਰਾਈਵਰ ਬੈਠੇ ਇੱਧਰ ਪਾਸਾ ਵੱਟ ਕੇ ਲੰਘਦੇ ਸੀ। ਤੇ ਪਰ ਜਿਹੜੀ ਜ਼ਿੰਦਗੀ ਸੀ ਅਸੀਂ ਬਣਾਉਂਦੇ ਤੇ ਜਿਸ ਤਰ੍ਹਾਂ ਦਾ ਜੀਵਨ ਅਸੀਂ ਜਿਉਂਦੇ ਸੀ ਉਹ ਇਸ ਤਰ੍ਹਾਂ ਦਾ ਸੀ ਵੀ ਸਵੇਰੇ ਘਰੋਂ ਚੱਲੇ ਆ, ਸ਼ਾਮ ਨੂੰ ਮੁੜਨਾ ਕਿ ਨਹੀਂ ਪਤਾ, ਕੋਈ ਗਾਰੰਟੀ ਨਹੀਂ ਹੈਗੀ ਕੋਈ। ਆਹ ਮੀਲ ਤੇ ਢਾਬੇ ਤੇ ਅਸੀਂ ਰੋਟੀ ਖਾਧੀ, ਅਗਲੇ ਢਾਬੇ ਤੇ ਅਗਲੇ ਜਾ ਕੇ ਢਾਬੇ ਤੇ ਚਾਹ ਪੀਣੀ ਕਿ ਨਹੀਂ, ਕੋਈ ਗਾਰੰਟੀ ਨਹੀਂ। ਸਟੀਅਰਿੰਗ ਤੁਹਾਡੇ ਹੱਥ 'ਚ ਹੈ, ਮੌਤ ਤੁਹਾਡੇ ਹੱਥ 'ਚ ਹੈ। ਜੇ ਤੁਸੀਂ ਸਹੀ ਆ, ਦੂਸਰਾ ਬੰਦਾ ਕੋਈ ਗਲਤ ਆ ਰਿਹਾ ਹੈ, ਤੁਸੀਂ ਉਹਦਾ ਕੀ ਕਰੋਗੇ? ਮੇਰੇ ਨਾਲ ਇੱਕ ਵਾਰੀ ਵਾਪਰੀ, ਮੈਂ ਇਧਰੋਂ ਜਾ ਰਿਹਾ, ਇੱਕ ਸਾਹਮਣੇ ਟਰੱਕ ਆਉਂਦਾ ਬਿਲਕੁਲ ਇੱਧਰ ਨੂੰ ਆਏ ਉਤਰਿਆ ਮੇਰੇ ਵਾਲੇ ਪਾਸੇ, ਕੱਚੇ ਲਾ ਕੇ ਗੱਡੀ ਰੋਕ ਲਈ, ਉਹਦੀ ਵੀ ਰੋਕੀ, ਮੈਂ ਥੱਲੇ ਉਤਰਿਆ ਸੀ ਕਿ ਵੀ ਤੈਨੂੰ ਹੋਇਆ ਕੀ ਹੈ? ਉਹ ਵਿਚਾਰਾ ਬਿਹਾਰ ਦਾ ਸੀਗਾ। ਮੈਂ ਕਿਹਾ ਕੀ ਗੱਲ ਤੈਨੂੰ ਦੱਸਦਾ ਨਹੀਂ, ਦੇਰ ਟਾਈਮ ਹੈ, ਰਾਤ ਵੀ ਹੈ ਨਹੀਂ ਗਈ, ਕਿੱਧਰ ਨੂੰ ਆ ਰਿਹਾ? ਕਹਿੰਦਾ ਕਾ ਕਰੇ ਬਾਬੂ, ਅੱਖੀਆਂ ਤਾਕਤ ਨਾਲ ਮਨ ਸੋਈ ਹੈ। ਕਹਿੰਦਾ ਅੱਖਾਂ ਵੇਖਦਿਆਂ ਸੀ, ਮਨ ਸੁੱਤਾ ਹੋਇਆ ਸੀ। ਹੁਣ ਪਤਾ ਨਹੀਂ ਸਾਰੀ ਰਾਤ ਪਿੱਛੋਂ ਚਲਾਉਂਦਾ ਆਇਆ ਹੋਊਗਾ। ਕਹਿੰਦਾ ਅੰਦਰੋਂ ਸੋਇਆ ਸੀ ਮੈਂ, ਪਰ ਅੱਖਾਂ ਝਾਕਦੀਆਂ ਸੀ। ਉਹੋ ਜਿਹਾ ਜੀਵਨ ਜਿਹੜਾ ਬੰਦਾ ਜਿਉਂਦਾ ਹੈ। ਔਰ ਸਮਾਜ ਪ੍ਰਤੀ ਸਾਡਾ ਰਵੱਈਆ ਕੀ ਹੈ, ਇਹ ਮੈਨੂੰ ਥੋੜਾ ਜਿਹਾ ਜਾਣੀ ਪੜ੍ਹਿਆ ਲਿਖਿਆ ਹੋਣ ਕਰਕੇ ਚੁੱਭਦਾ ਸੀ। ਤੇ ਮੈਂ ਕਿਹਾ ਵੀ ਯਾਰ ਕਮਾਲ ਹੈ, ਅਸੀਂ ਇੱਕ ਸਰਹੱਦ ਦੇ ਉੱਤੇ ਜੰਗ ਲੱਗੂਗੀ, ਫੌਜੀ ਨੂੰ ਉਦੋਂ ਖਤਰਾ ਹੈ ਵੀ ਆਮਣੇ ਸਾਹਮਣੇ ਦੀ ਲੜਾਈ ਹੈ, ਇਹ ਤਾਂ ਸਾਰਾ ਦਿਨ ਹੀ ਆਪਣੇ ਹੱਥ 'ਚ ਮੌਤ ਲਈ ਫਿਰਦੇ ਹੈਗੇ। ਪਰ ਉਹ ਇੱਕ ਮੈਂ ਵੈਸੇ ਹੀ ਆਪਣੇ ਅਨੁਭਵ ਵਜੋਂ ਹੀ ਨਾ ਇੱਕ ਆਰਟੀਕਲ ਲਿਖ ਲਿਆ, ਲਿਖਿਆ ਵੀ ਸਾਡਾ ਕਿਸ ਤਰ੍ਹਾਂ ਦਾ ਜਿਉਣਾ ਹੈ ਡਰਾਈਵਰਾਂ ਦਾ। ਤੇ ਜਦੋਂ ਮੈਨੂੰ ਵੇਲ ਮਿਲਦੀ ਹੁੰਦੀ ਸੀ, ਸਾਡੇ ਉੱਤੇ ਚੌਕ ਸੀ ਕਲਕੱਤੇ, ਉੱਥੇ ਪੰਜਾਬੀ ਦੇ ਮੈਗਜ਼ੀਨ ਆਉਂਦੇ ਹੁੰਦੇ ਸੀ, ਪ੍ਰੀਤ ਰੜੀ, ਆਰਸੀ, ਨਾਗਮਣੀ, ਤੇ ਜਾਂ ਉਹ ਜਿਸ ਤਰ੍ਹਾਂ ਦੇ ਬੱਸ ਸਟੈਂਡਾਂ ਤੇ ਪੰਜਾਬੀ ਦੇ ਛੋਟੀਆਂ ਕਿਤਾਬਾਂ ਜੀ ਮਿਲਦੀਆਂ ਹੈਗੀਆਂ, ਉਹ ਜਿਹੀਆਂ ਪਈਆਂ ਹੁੰਦੀਆਂ ਸੀ। ਇਹਦੇ ਵਿੱਚ ਇੱਕ ਮੈਂ ਹੋਰ ਖੂਬਸੂਰਤ ਗੱਲ ਦੱਸਦਾ ਵੀ ਕਲਕੱਤੇ ਪੰਜਾਬੀ ਦੇ 2 ਡੇਲੀ ਅਖਬਾਰ ਨਿਕਲਦੇ ਸੀ। ਇੱਕੋ ਇੱਕ ਮੈਨੂੰ ਲੱਗਦਾ ਪੰਜਾਬ ਤੋਂ ਬਾਹਰ ਕੋਈ ਇਹੋ ਜਿਹੀ ਸਟੇਟ ਹੈ ਜਿੱਥੇ 2 ਡੇਲੀ ਅਖਬਾਰ ਪੰਜਾਬੀ ਦੇ ਨਿਕਲਦੇ ਸੀ, ਦੇਸ਼ ਦਰਪਣ ਤੇ ਨਵੀਂ ਪ੍ਰਭਾਤ। ਉਹ ਵੀ ਉੱਥੇ ਉਹ ਵੇਚਦਾ ਹੁੰਦਾ ਸੀ, ਨਾਲ ਹੀ ਪੰਜਾਬੀ ਦੀਆਂ ਰਸਾਲੇ ਦੇ ਵਿੱਚ। ਮੈਂ ਉੱਥੋਂ ਵੇਲੇ ਚੁੱਕ ਲੈਣੇ ਮੈਗਜ਼ੀਨ, ਨਾਗਮਣੀ ਲੈ ਆਉਣੀ, ਕਿਉਂਕਿ ਸ਼ੌਕ ਸੀ ਪੜ੍ਹਨ ਦਾ ਬਹੁਤ ਸ਼ੌਕ ਰਿਹਾ। ਪੜ੍ਹਨ ਦਾ ਸ਼ੌਕ ਤਾਂ ਮੈਨੂੰ 10ਵੀਂ ਤੋਂ ਹੀ ਸੀ, ਲਿਖਣ ਦਾ ਬੇਸ਼ੱਕ ਨਾ ਸੋਚੇ ਸੀ ਨਾ ਸੀ, ਪਰ ਪੜ੍ਹਨ ਦਾ ਬਹੁਤ ਸੀ। ਲਗਭਗ ਮੈਂ 10ਵੀਂ 'ਚ ਨਾਵਲ ਵਗੈਰਾ ਹੋਰ ਸਾਰਾ ਕੁਝ ਪੜ੍ਹਨ ਲੱਗ ਗਿਆ ਸੀ, ਉਹ ਬਣਿਆ ਰਿਹਾ। ਮੇਰੇ ਟਰੱਕ ਦੇ ਕੈਬਨ ਵਿੱਚ ਵੀ ਜਦੋਂ ਜੂਆ ਖੇਡਦੇ ਹੁੰਦੇ ਸੀ ਜਾਂ ਸ਼ਰਾਬ ਪੀਂਦੇ ਡਰਾਈਵਰ, ਮੈਂ ਬੈਠਾ ਆਪਣੇ ਕੋਈ ਨਾਵਲ ਜਾਂ ਰਸਾਲਾ ਜਾਂ ਮੈਗਜ਼ੀਨ ਪੜ੍ਹਦਾ ਰਹਿੰਦਾ ਸੀ। ਤੇ ਮੈਂ ਉਹ ਮੈਗਜ਼ੀਨ ਨਾਗਮਣੀ ਮੈਂ ਦੇਖਦਾ ਸੀ, ਪਸੰਦ ਵੀ ਕਰਦਾ ਸੀ ਉਹਨੂੰ। ਮੈਂ ਆਰਟੀਕਲ ਜਿਹੜਾ ਲਿਖਿਆ ਸੀ ਡਰਾਈਵਰਾਂ ਦੇ ਅਨੁਭਵ ਬਾਰੇ, ਆਪਣੇ ਅਨੁਭਵ ਬਾਰੇ, ਮੈਂ ਉਹ ਨਾਗਮਣੀ ਨੂੰ ਭੇਜਦਾ ਉੱਥੋਂ ਐਡਰੈਸ ਲੈ। ਨਾ ਮੈਂ ਅਮਰਤਾ ਪ੍ਰੀਤ ਨੂੰ ਮਿਲਿਆ ਸੀ, ਨਾ ਜਾਣਦਾ ਸੀ, ਨਾ ਕੋਈ ਇਸ ਤਰ੍ਹਾਂ ਦਾ ਕੋਈ ਮੇਰੇ ਮਨ ਵਿੱਚ ਸੀ ਵੀ ਕੀ, ਕਿਉਂਕਿ ਇੱਕ ਨਵੀਂ ਜੀ ਗੱਲ ਸੀ। ਮੈਂ ਕਿਹਾ ਚਲੋ ਇਹਨੂੰ ਭੇਜਦੇ ਆ, ਦੂਜੇ ਮੈਗਜ਼ੀਨ ਉਹਨੂੰ ਨਹੀਂ ਭੇਜੇ। ਹਫ਼ਤੇ ਕੁ ਬਾਅਦ ਪੋਸਟ ਕਾਰਡ ਆਇਆ ਮੈਨੂੰ। ਉਦੋਂ ਟੈਲੀਫੋਨ ਜਾਂ ਹੋਰ ਕੁਝ ਹੈ ਨਹੀਂ ਸੀਗੇ, ਮੇਰਾ ਗੱਲ 77 ਦੇ ਲਾਸਟ ਜਿਹੀ ਗੱਲ ਹੈ। ਉਹਦੇ 'ਚ 4 ਲਾਈਨਾਂ ਲਿਖੀਆਂ ਸੀ ਵੀ ਮੈਨੂੰ ਤੇਰਾ ਲੇਖ ਪਸੰਦ ਆਇਆ, ਮੈਂ ਇਹਨੂੰ ਨਾਗਮਣੀ ਵਿੱਚ ਛਾਪਾਂਗੀ, ਤੇ ਆਪਣਾ ਫੋਟੋ ਭੇਜ ਦੇ, ਸਕੈਚ ਜਾ ਸਕੇ, ਪੈਨਸਲ ਸਕੈਚ ਬਣਦਾ ਹੁੰਦਾ ਰੋਜ਼ ਹੋਣੀ ਬਣਾਉਂਦੇ। ਤੁਸੀਂ ਦੇਖੋ ਵੀ ਨਾਗਮਣੀ ਵਿੱਚ ਉਦੋਂ ਉਸ ਦਾ ਮਿਆਰ ਇਸ ਤਰ੍ਹਾਂ ਦਾ ਸੀਗਾ, ਉਹਦੇ ਵਿੱਚ ਛਪਣ ਲਈ ਸਾਡੇ ਲੇਖਕ ਜਿਹੜੇ ਨੇ ਉਹ ਕਈ ਵਾਰੀ ਤਰਸਦੇ ਹੁੰਦੇ ਸੀ ਅਸੀਂ ਨਾਗਮਣੀ ਵਿੱਚ ਛਪਣਾ। ਤੇ ਇੱਕ ਬਿਲਕੁਲ ਨਵਾਂ ਬੰਦਾ ਜਿਹਨੂੰ ਅਜੇ ਪਤਾ ਹੀ ਨਹੀਂ, ਤੁਰਿਆ ਵੀ ਨਹੀਂ ਹੈ ਸਾਹਿਤ ਵੱਲ, ਲਿਖਣ ਵੱਲ, ਉਸ ਦਾ ਲੇਖ ਨਾਗਮਣੀ 'ਚ ਛਪਣਾ, ਮੈਨੂੰ ਖੁਸ਼ੀ ਦਾ ਬੰਦਾ ਇਹਨਾਂ ਟਰੱਕ ਪਾਏ ਦੀ ਖੁਸ਼ੀ ਨਹੀਂ ਸੀ ਜਿੰਨਾ ਮੈਂ ਚਿੱਠੀ ਦੇ ਕੇ। ਮੈਂ ਸੜਕਨਾਮਾ ਮਤਲਬ ਨਾਗਮਣੀ ਤੋਂ ਜਦੋਂ ਪੜ੍ਹਦਾ ਸੀ, ਮੈਂ ਮਤਲਬ 80 81 82 ਦੇ ਵਿੱਚ ਹੀ ਮੈਂ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ। ਤੇ ਮੈਂ ਖੁਦ ਤੁਹਾਡਾ ਬਹੁਤ ਵੱਡਾ ਪਾਠਕ ਰਿਹਾ, ਉਹਦਾ ਅੱਜ ਵੀ ਪਾਠਕ ਹੈ ਸੜਕਨਾਮੇ ਦਾ। ਤੇ ਤੁਸੀਂ ਬਹੁਤ ਸਾਰਾ ਮਤਲਬ ਸਾਹਿਤ ਰਚਿਆ, ਆਪਾਂ ਉਹਦੀ ਵੀ ਗੱਲ ਕਰਾਂਗੇ। ਕਹਾਣੀ ਤੁਸੀਂ ਲਿਖਦੇ ਲਿਖਦੇ ਨਾਟਕਾਂ ਵੱਲ ਆ ਗਏ। ਹੁਣ ਇਹ ਇੱਕ ਬਹੁਤ ਵੱਡੀ ਗੱਲ ਸੀ, ਵੱਡੀ ਤਬਦੀਲੀ ਆ। ਤੇ ਉਹ ਕਿਹੜੀ ਸ਼ਖਸੀਅਤ ਸੀ ਜਿਹਦੇ ਤੋਂ ਤੁਸੀਂ ਪ੍ਰਭਾਵਿਤ ਹੋਏ ਕਿ ਨਾਟਕਾਂ ਰਾਹੀਂ ਵੱਡੀ ਕੈਨਵਸ ਤੇ ਗੱਲ ਹੋ ਸਕਦੀ ਆ, ਨਾਟਕਾਂ ਵੱਲ ਝੁਕਾਅ ਦੀ ਗੱਲ? ਨਾਲ ਹੀ ਇਹਦੀ ਇੱਕ ਗੱਲ ਹੋਰ ਸਵਾਲ ਉੱਠਦਾ ਕਿ ਮੋਗਾ ਜਿਹੜਾ ਤੁਹਾਡਾ ਸ਼ਹਿਰ,
ਤੇ ਰੰਗਮੰਚ ਦੀ ਭੂਮੀ ਵੱਲੋਂ ਵੇਖੀਏ ਤੇ ਉੱਥੇ ਬਹੁਤ ਸੋਕਾ ਸੀ ਇਸ ਗੱਲ ਦਾ। ਹਾਂ ਤੇ ਕਲਾਕਾਰ ਤੁਸੀਂ ਕਿੱਥੋਂ ਲਏ, ਕਿੱਦਾਂ ਲੈਂਦੇ ਸੀ? ਤੇ ਮੈਂ ਦੇਖਿਆ ਤੁਸੀਂ ਆਪਣੇ ਟੱਬਰ ਦੇ ਹੀ ਸਾਡੇ ਪਰਿਵਾਰ ਦੇ ਨਾਲ ਜੋੜਲੇ ਸੀ। ਇਹ ਸਾਰੀ ਗੱਲਬਾਤ ਦੱਸੋ। ਇਹ ਵੀ ਮੈਂ ਸ਼ੁਰੂ ਕਰੂੰਗਾ। ਮੈਂ ਥੋੜਾ ਜਿਹਾ ਸੜਕਨਾਮਾ ਬਾਰੇ ਦੱਸਦਾ ਵੀ ਮੈਂ ਮੇਰਾ ਨਾਂ ਨਾਲ ਕਿਵੇਂ ਜੁੜ ਗਿਆ। ਇਹ ਥੋੜਾ ਜਿਹਾ ਇਹਨੂੰ ਉਹਨੇ ਉਹ ਗੈਪ ਰਹਿ ਜੂਗਾ। ਤੇ ਜਦੋਂ ਇੱਕ ਲੇਖ ਛਪ ਗਿਆ ਨਾ, ਮੈਂ ਇੱਕ ਹੋਰ ਲਿਖਤਾ। ਅੰਮ੍ਰਿਤਾ ਪ੍ਰੀਤਮ ਦੀ ਚਿੱਠੀ ਆਈ, ਮੈਨੂੰ ਨਹੀਂ ਪਤਾ ਤੂੰ ਕੌਣ ਹੈ, ਤੇਰਾ ਡਰਾਈਵਰਾਂ ਬਾਰੇ, ਸੜਕਾਂ ਬਾਰੇ, ਗੱਡੀਆਂ ਬਾਰੇ ਕਿੰਨਾ ਕੁ ਅਨੁਭਵ ਹੈ, ਤੇ ਮੈਨੂੰ ਚੰਗਾ ਲੱਗੂਗਾ ਜੇ ਤੂੰ ਨਾਗਮਣੀ ਵਿੱਚ ਲੜੀਵਾਰ ਸ਼ੁਰੂ ਕਰੇ। ਹਰ ਮਹੀਨੇ ਨਾਗਮਣੀ ਤੇਰੇ ਲਈ ਤਿਆਰ। ਮੈਂ ਬੜਾ ਹੈਰਾਨ, ਵੱਡੀ ਗੱਲ ਸੀ ਇਹ। ਤੇ ਮੈਂ ਉਦੋਂ ਸੋਚਿਆ ਵੀ ਖਬਰਨਾਮਾ, ਹਦਾਇਤਨਾਮਾ, ਜ਼ਿੰਦਗੀਨਾਮਾ, ਇਹ ਜਿਹੇ ਬੜੇ ਨਾਂ ਹੈਗੇ ਆ, ਤੇ ਜੇ ਸੜਕਾਂ ਦੀ ਗੱਲ, ਇਹਦਾ ਨਾਂ ਸੜਕਨਾਮਾ ਹੀ ਰੱਖ ਦਿੰਦੇ। ਉਦੋਂ ਕੋਈ ਨਹੀਂ ਪਤਾ ਹੁੰਦਾ ਵੀ ਇਹ ਨਾਂ ਤੇਰੀ ਪਛਾਣ ਬਣ ਜਾ ਰਿਹਾ ਹੈ, ਇਹ ਨਾਂ ਤੇਰੇ ਨਾਂ ਨਾਲ ਹੀ ਜੁੜ ਰਿਹਾ ਹੈ। ਇਸ ਸੜਕਨਾਮਾ ਨੇ ਤੈਨੂੰ ਪਤਾ ਨਹੀਂ ਕਿੰਨੀ ਕੁ ਪ੍ਰਵਾਨਗੀ ਦਵਾਉਣੀ ਆ ਪਾਠਕਾਂ ਵਿੱਚ। ਬਿਲਕੁਲ ਉਦੋਂ ਕੋਈ ਪਤਾ ਨਹੀਂ ਹੁੰਦਾ। ਅਸੀਂ ਨੀਹਾਂ ਪੱਟਦੇ ਆ, ਸਾਨੂੰ ਨੀਹਾਂ ਨੂੰ ਨਹੀਂ ਪਤਾ ਹੁੰਦਾ ਇਹਦੇ ਉੱਤੇ ਕੀ ਉਸਰ ਰਿਹਾ ਹੈ। ਤਾਂ ਸੜਕਨਾਮਾ ਦੇ ਨਾਲ ਉਹ ਕਾਲਮ ਜਿਹੜਾ ਵਾ ਇੰਨਾ ਪਾਪੂਲਰ ਹੋਇਆ, ਇੰਨਾ ਜ਼ਿਆਦਾ ਪਾਠਕ ਵਰਗ ਉਹਦੇ ਨਾਲ ਜੁੜਿਆ। ਇੱਥੋਂ ਤੱਕ ਇਹ ਜੁੜਿਆ ਵੀ ਮੈਨੂੰ ਕੁਝ ਇਸ ਤਰ੍ਹਾਂ ਦੇ ਖਤ ਆਉਂਦੇ ਰਹੇ ਉਦੋਂ ਵੀ ਅਸੀਂ ਸੜਕਨਾਮਾ, ਅਸੀਂ ਨਾਗਮਣੀ ਖਰੀਦਣ ਜਾਂਦੇ ਆ, ਜੇ ਉਹਦੇ ਚ ਸੜਕਨਾਮਾ ਛਪਿਆ ਤਾਂ ਅਸੀਂ ਖਰੀਦ ਲਿਆ, ਉਹਨੇ ਨਹੀਂ ਉੱਥੇ ਰੱਖਿਆ। ਤੇ ਇਸ ਤਰ੍ਹਾਂ ਪਾਪੂਲਰ। ਜਿੱਦਾਂ ਸੜਕਨਾਮਾ ਤੋਂ ਬਾਅਦ ਮਤਲਬ ਹੋਰ ਵੀ ਕੁਛ ਨਾਂ ਤੁਹਾਡੇ ਨਾਲ ਜੁੜੇ, ਆਪਾਂ ਉਹਦੇ ਤੇ ਵੀ ਆਵਾਂਗੇ। ਤੇ ਜਿਹੜਾ ਮੇਰਾ ਪਹਿਲਾ ਸਵਾਲ ਸੀ ਮੈਂ ਉੱਥੇ ਉਸ ਤੇ ਆਉਣਾ ਹੁਣ। ਹੋਰ ਜਦੋਂ ਇਸ ਤਰ੍ਹਾਂ ਦੀ ਪ੍ਰਵਾਨਗੀ ਮਿਲਣ ਲੱਗੀ ਰਚਨਾ ਨੂੰ, ਤਾਂ ਸੜਕਨਾਮਾ ਜਿਹੜਾ ਇਸ ਤਰ੍ਹਾਂ ਦੀ ਵਿਧਾ ਸੀ, ਉਹਦੇ ਵਿੱਚ ਕਹਾਣੀ ਵੀ ਸੀ, ਉਹਦੇ ਚ ਨਾਟਕ ਵੀ ਸੀ, ਉਹਦੇ ਚ ਜੀਵਨੀ ਵੀ ਸੀ। ਈਵਨ TR ਵਿਨੋਦ ਜਿਹੜੇ ਸਾਡੇ ਬਹੁਤ ਵੱਡੇ ਆਲੋਚਕ ਨੇ, ਉਹ ਮੈਨੂੰ ਕਹਿੰਦੇ ਸੀ ਮੈਨੂੰ ਬਲਦੇਵ ਸਮਝ ਨਹੀਂ ਆਉਂਦੀ ਵੀ ਮੈਂ ਇਹਨੂੰ ਸਾਹਿਤ ਦੀ ਕਿਹੜੀ ਵਿਧਾ ਵਿੱਚ ਰੱਖਾਂ। ਸੜਕਨਾਮੇ ਇਹਦੇ ਚ ਸਾਰੇ ਕੁਝ ਹੀ ਹੈ। ਤੇ ਉਹਨਾਂ ਵਿੱਚੋਂ ਹੀ ਜਦੋਂ ਫਿਰ ਮੈਨੂੰ ਵਿੱਚ ਕਹਾਣੀ ਨੇ ਜਨਮ ਲਿਆ, ਵਿੱਚ ਨਾਵਲਾਂ ਨੇ ਜਨਮ ਲਿਆ। ਉੱਥੇ ਕਲਕੱਤੇ ਜਦੋਂ ਅਸੀਂ, ਕਿਉਂਕਿ ਬੰਗਲਾ ਸਮਝਣ ਤੇ ਬੋਲਣ ਸਾਰਾ ਲੱਗ ਗਿਆ ਸੀ, ਜਿਹੜਾ ਬੇਸ਼ੱਕ ਨਹੀਂ ਆਇਆ। ਮੇਰੇ ਬੰਗਾਲੀ ਦੋਸਤ ਬਹੁਤ ਸੀਗੇ ਤੇ ਅਸੀਂ ਬੰਗਲਾ ਨਾਟਕ ਦੇਖਣ ਜਾਂਦੇ ਹੁੰਦੇ ਸੀ। ਉੱਥੇ ਇੱਕ ਨਾਟਕ ਸੀ ਮਾਰੀਚ ਸੰਵਾਦ, ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਆ ਵੀ ਮਰੀਚ ਦੀ ਗੱਲਬਾਤ। ਰਾਮਾਇਣ ਦੇ ਉੱਤੇ ਸੀ ਉਹ, ਮਰੀਚ ਦੀ ਗੱਲਬਾਤ। ਤੇ ਉਹ ਇੰਨਾ ਖੂਬਸੂਰਤ ਸਕ੍ਰਿਪਟ ਸੀ ਉਹਦੀ, ਇੰਨਾ ਜਾਨੀ ਉਸਨੇ ਕਮਾਲ ਦੀ ਕੀਤੀ ਹੋਈ ਸੀ। ਅਰੁਣ ਮੁਖਰਜੀ ਆ ਉਹਦਾ ਨਾਮ। ਉਸਨੂੰ ਇੱਕੋ ਉਸ ਨਾਟਕ ਤੇ ਸਾਹਿਤ ਅਕਾਦਮੀ ਦਾ ਅਵਾਰਡ ਮਿਲਿਆ ਹੋਇਆ ਸੀ। ਅਸੀਂ ਕਲਕੱਤੇ ਦੇ ਦੋਸਤਾਂ ਨੇ, ਕੋਈ ਡਰਾਈਵਰ ਸੀ, ਕੋਈ ਡੈਂਟਰ ਸੀ, ਕੋਈ ਵਰਕਸ਼ਾਪ ਦੇ ਵਿੱਚ ਇੰਜਨ ਠੀਕ ਕਰਦਾ ਸੀ। ਅਸੀਂ ਸਲਾਹ ਬਣਾਈ ਯਾਰ ਆਪਾਂ ਨਾਟਕ ਖੜੀਏ। ਮੈਂ ਉਸਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਸੋਨੇ ਦਾ ਹਿਰਨ। ਸੋਨੇ ਦਾ ਹਿਰਨ ਦੇ ਨਾਂ ਤੇ ਅਸੀਂ ਉਹ ਕਲਕੱਤੇ ਨਾਟਕ ਖੇਡਿਆ। ਉਹਨੂੰ ਰਾਈਟਰ ਨੂੰ ਵੀ ਬੁਲਾਇਆ, ਬੰਗਾਲੀ ਨੂੰ। ਉਹ ਹੈਰਾਨ ਹੋ ਗਿਆ, ਕਹਿੰਦਾ ਕਮਾਲ ਹੋ ਗਿਆ, ਤੁਸੀਂ ਤਾਂ ਇਹਦਾ ਪੰਜਾਬੀ ਗਾਣ ਨਹੀਂ ਕਰਤਾ ਸੀ। ਕਿਉਂਕਿ ਬੰਗਲਾ ਜਿਹੜਾ ਹੈ ਨਾ, ਉਹ ਸਾਡੇ ਦਰਸ਼ਕ ਉਹਨਾਂ ਦਰਸ਼ਕਾਂ ਵਰਗੇ ਨਹੀਂ ਸੀ। ਅਸੀਂ ਉਸਦਾ ਅਨੁਵਾਦ ਨਹੀਂ ਕੀਤਾ, ਅਸੀਂ ਉਹਦਾ ਪੰਜਾਬੀ ਗਾਣ ਕਰਤਾ। ਉਹ ਕਮਾਲ ਦੀ ਸਕ੍ਰਿਪਟ ਸੀਗੀ। ਉਸ ਤੋਂ ਬਾਅਦ ਸਾਨੂੰ ਥੋੜਾ ਜਿਹਾ ਪੈ ਗਿਆ ਵੀ ਸਮੂਹ ਦਰਸ਼ਕਾਂ ਦਾ ਸਾਡੇ ਨਾਲ ਜੁੜਦਾ ਹੈ। ਕਹਾਣੀ ਕੋਈ 2 ਪੜ੍ਹਨਗੇ, 10 ਪੜ੍ਹਨਗੇ, 20 ਪੜ੍ਹਨਗੇ। ਇੱਕੋ ਵਾਰੀ ਅਸੀਂ, ਤੁਸੀਂ ਇਹ ਦੇਖੋ ਵੀ ਬੰਗਾਲ ਦੇ ਵਿੱਚ ਸਿਨੇਮਾ ਹਾਲ ਨੂੰ ਬਕਾਇਦਾ ਇੱਕ ਸ਼ੋਅ ਬੁੱਕ ਕਰਾ ਕੇ ਔਰ ਟਿਕਟ ਦੇ ਉੱਤੇ ਅਸੀਂ ਨਾਟਕ ਖੇਡਣ ਲੱਗ ਗਏ। ਫਿਰ ਅਸੀਂ ਹੋਰ ਵੀ ਨਾਟਕ ਖੇਡੇ। ਨਾਟਕ ਲਿਖਣ ਵਾਲੀ ਵੀ ਮੈਂ ਤਾਂ ਆਇਆ, ਜਾਗੋ ਆਈ ਹੈ, ਪੰਜਾਬ ਦੀ ਆਵਾਜ਼, ਬਾਝ ਭਰਾਵਾਂ ਸਕਾਂ, ਸਾਰੇ ਨਾਟਕ ਅਸੀਂ ਉੱਤੇ ਖੇਡੇ। ਮਿੱਟੀ ਬਦਲ ਕਰੇ ਦਾ ਆ ਕੇ ਪੰਜਾਬ ਚ ਲਿਖਿਆ, ਉਹ ਆ ਕੇ ਪੰਜਾਬ ਚ ਲਿਖਿਆ। ਉਸ ਤੋਂ ਬਾਅਦ ਪਹਿਲਾਂ ਸਿਰਫ ਮੇਲ ਵਰਗ ਸੀ ਜਿਹੜਾ ਦਰਸ਼ਕ ਆਇਆ ਸੀ। ਉਸ ਤੋਂ ਬਾਅਦ ਕਰ ਲੱਗ ਪਿਆ, ਸਾਨੂੰ ਪਤਾ ਹੁੰਦਾ ਸੀ ਬੱਚੇ ਵੀ ਲਿਆਉਂਦੇ, ਸਾਨੂੰ ਪਤਾ ਹੁੰਦਾ ਸੀ ਘਰ ਵਾਲੀਆਂ ਵੀ ਲਿਆਉਂਦੇ। ਉਸ ਤੋਂ ਬਾਅਦ ਪੂਰੇ ਜਿਹੜੇ ਪੰਜਾਬੀ ਪਰਿਵਾਰ ਜੁੜ ਗਏ ਸਾਡੇ ਨਾਲ, ਜਿਹੜੇ ਉਹ ਸਾਡੇ ਨਾਟਕ ਦੇਖਣ ਆਉਂਦੇ ਸੀ। ਉੱਥੋਂ ਲਗਨ ਇਹੋ ਜਿਹੀ ਲੱਗੀ ਜਦੋਂ ਮੈਂ ਪੰਜਾਬ ਚ ਆਇਆ 1985 ਵਿੱਚ ਛੱਡ ਕੇ ਕਲਕੱਤਾ। ਅਸੀਂ ਇੱਥੇ ਰੰਗਮੰਚ ਮੋਗਾ ਦੇ ਨਾਂ ਤੇ, ਉੱਥੇ ਸਾਡਾ ਰੰਗਮੰਚ ਕਲਕੱਤਾ ਸੀ, ਇੱਥੇ ਰੰਗਮੰਚ ਮੋਗਾ ਦੇ ਨਾਂ ਤੇ ਅਸੀਂ ਬਹੁਤ ਨਾਟਕ ਲਿਖੇ ਵੀ, ਨਾਟਕ ਖੇਡੇ ਵੀ। ਪਰਿਵਾਰ ਦੇ ਸਾਰੇ ਬੱਚੇ, ਮੇਰਾ ਬ੍ਰਦਰ, ਉਹਦੇ ਬੱਚੇ, ਘਰ ਦੀ ਟੀਮ ਹੀ ਹੁੰਦੀ ਸੀ। ਤੇ ਉਹ ਅਸੀਂ ਲਗਾਤਾਰ ਇੱਥੋਂ ਤੱਕ ਕਿ ਗੁਰਸ਼ਰਨ ਭਾਜੀ ਨੂੰ ਜੇ ਮੁਕਤਸਰ ਮਲੋਟ ਵੱਲੋਂ ਕੋਈ ਜਾਣਾ ਚੰਡੀਗੜ੍ਹ ਮਿਲਣ ਵੀ ਸਾਡੇ ਨਾਟਕ ਕੱਢਣਾ, ਉਹ ਕਹਿੰਦਾ ਮੋਗੇ ਬਲਦੇਵ ਬੈਠਾ ਹੋਇਆ, ਉਹਨੂੰ ਲੈ ਜਾਓ। ਬਹੁਤ ਦੂਰ ਤੱਕ, ਸ੍ਰੀਨਗਰ ਤੱਕ, ਜੰਮੂ ਤੱਕ। 2 ਵਾਰ ਅਸੀਂ ਕਲਕੱਤੇ ਦੁਬਾਰਾ ਉਹਨਾਂ ਨੇ ਸੱਦਿਆ ਵੀ, ਉੱਥੇ ਵੀ ਨਾਟਕ ਕਰਨ ਲੱਗ ਗਏ, ਉੱਥੇ ਨਾਟਕ ਖੇਡ ਕੇ। ਲੇਕਿਨ ਹੁਣ
ਪਿਛਲੇ ਕੁਝ ਸਮੇਂ ਤੋਂ ਬੱਚੇ ਜਦੋਂ ਆਪਣੇ ਆਪਣੇ ਕੰਮਾਂ 'ਚ ਲੱਗਣ ਲੱਗ ਉਹ ਕਹਿੰਦੇ ਸਾਨੂੰ ਟਾਈਮ ਹੀ ਨਹੀਂ ਹੈਗਾ, ਇਹਦੇ ਨਿਕਲਦਾ ਕੁਝ ਨਹੀਂ, ਤੇ ਉਹ ਸਾਡਾ ਨਾਟਕ ਲਿਖਣਾ ਜਾਰੀ ਹੈ, ਨਾਟਕ ਖੇਡਣਾ ਜਿਹੜਾ ਉਹ ਘਟ ਗਿਆ। ਅੱਛਾ, ਇਹਦਾ ਆਪਣਾ ਸਾਡੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਜੀ ਤੁਹਾਡੇ ਨਾਟਕਾਂ ਨਾਲ ਜੁੜੇ ਹੋਏ, ਉਹਨਾਂ ਨੇ ਤੁਹਾਡੇ ਕੋਲ ਰਾਮ ਸਰੂਪ ਅੰਖੀ ਦੀਆਂ ਲਿਖਵਾਏ ਔਰ ਲਾਲ ਬੱਤੀ ਜਿਹੜਾ ਤੁਹਾਡਾ ਵਿਸ਼ਵ ਪ੍ਰਸਿੱਧ ਨਾਟਕ ਹੈ ਉਹ ਉਹਨਾਂ ਨੇ ਖੇਡਿਆ ਬਹੁਤ। ਤੇ ਮਤਲਬ ਇਹਦੇ ਉਹ ਉਹਨਾਂ ਦੀ ਨਿਰਦੇਸ਼ਨਾ ਵਿੱਚ ਜਿਹੜਾ ਕੰਮ ਸੀ ਉਹ ਕਿੱਦਾਂ ਦਾ ਸੀਗਾ, ਜਾਂ ਲਾਲ ਬੱਤੀ ਮਤਲਬ ਹੁਣ ਉਹ ਗੱਲ ਕਰਦੇ ਆ ਵੀ ਤੁਹਾਡੇ ਨਾਂ ਨਾਲ ਕਿੰਨਾ ਕੁਝ ਜੁੜ ਗਿਆ, ਆਪਾਂ ਉਸ ਸਵਾਲ ਤੇ ਵੀ ਫਿਰ ਆਵਾਂਗੇ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨਾਟਕਾਂ ਬਾਰੇ? ਦੇਖੋ, ਜਦੋਂ ਲਾਲ ਬੱਤੀ ਪੜਿਆ ਨਾ ਕੇਵਲ ਧਾਲੀਵਾਲ ਨੇ, ਕੇਵਲ ਧਾਲੀਵਾਲ ਦਾ ਫੋਨ ਆਇਆ ਵੀ ਕਹਿੰਦਾ ਮੇਰੀ ਮਿਸਸ ਨਾਵਲ ਪੜ੍ਹ ਰਹੀ ਹੈ, ਉਹਨੇ ਅੱਜ ਰੋਟੀ ਨਹੀਂ ਪਕਾਈ, ਨਾਵਲ ਲੱਗੀ ਹੋਈ ਹੈ। ਤੇ ਉਸ ਤੋਂ ਇੱਕ ਦਿਨ ਬਾਅਦ ਫੋਨ ਆਇਆ ਵੀ ਤੂੰ ਇਹਦੇ ਤੇ ਸਕ੍ਰਿਪਟ ਲਿਖ। ਮੈਂ ਯਾਰ ਨਾਟਕਕਾਰਾਂ ਤੂੰ ਵੱਡਾ ਨਾਟਕਕਾਰਾਂ ਸਾਡਾ, ਤੂੰ ਸਕ੍ਰਿਪਟ ਲਿਖ। ਕਹਿੰਦਾ ਨਹੀਂ, ਸਕ੍ਰਿਪਟ ਵੀ ਸੁਣ ਲਿਖੀ। ਤਾਂ ਉਹ ਮੈਂ ਸਕ੍ਰਿਪਟ ਲਿਖੀ, ਇਹ ਸਿਲਸਿਲਾ ਚੱਲਦਾ ਰਹੇਗਾ। ਇਹ ਲਾਲ ਬੱਤੀ ਦੇ ਅਖੀਰਲੀਆਂ 2 ਲਾਈਨਾਂ ਨੇ। ਤੇ ਉਹਨੇ ਫਿਰ ਜਦੋਂ ਉੱਥੇ ਅੰਮ੍ਰਿਤਸਰ ਖੇਡਿਆ ਹੈ ਪਹਿਲਾ ਸ਼ੋਅ, ਮੈਨੂੰ ਬੁਲਾਇਆ ਉਹਨੇ ਉੱਥੇ, ਤੇ ਜਿਸ ਤਰ੍ਹਾਂ ਦਾ ਰਿਸਪੌਂਸ ਸੀ ਉਹ ਜਾਣੀ ਕੋਈ ਸੋਚ ਹੀ ਨਹੀਂ ਸਕਦਾ ਵੀ ਵੇਸਵਾਵਾਂ ਦੇ ਜੀਵਨ ਨੂੰ ਔਰ ਉਹਨਾਂ ਦੀ ਸ਼ੈਲੀ, ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਡੀਲਿੰਗ ਨੂੰ ਤੁਸੀਂ ਸਟੇਜ ਤੇ ਸਾਹਮਣੇ ਦਿਖਾ ਸਕਦੇ ਆ, ਉਹ ਵੀ ਪੰਜਾਬ ਦੇ ਦਰਸ਼ਕਾਂ 'ਚ। ਔਰ ਫਿਰ ਜਲੰਧਰ ਇਹ ਜਦੋਂ ਦੇਸ਼ ਭਗਤ ਯਾਦਗਾਰ ਭੇਜੇ, ਉਦੋਂ ਤਾਂ ਉੱਥੇ ਤਾਂ ਹਜ਼ਾਰਾਂ ਲੋਕ ਇਕੱਠੇ ਸੀਗੇ। ਮੈਂ ਵੀ ਉਹਨਾਂ ਉੱਥੇ ਦਰਸ਼ਕਾਂ 'ਚ ਸੀ। ਮੈਂ ਕੁਦਰਤੀ ਉਦੋਂ ਉੱਥੇ ਮੈਨੂੰ ਕੰਮ ਸੀ ਕੋਈ ਮੋਗੇ, ਮੈਨੂੰ ਉਹਨੇ ਕਿਹਾ ਵੀ ਤੂੰ ਆ ਉੱਥੇ। ਮੈਂ ਕਿਹਾ ਮੈਂ ਅੱਜ ਨਹੀਂ ਆ ਸਕਣਾ, ਪਰ ਮੈਨੂੰ ਬਾਅਦ 'ਚ ਦੱਸਿਆ ਵੀ ਮੈਨੂੰ ਗੁਰਸ਼ਰਨ ਭਾਜੀ ਸਟੇਜ ਤੇ ਖੜਾ ਹੋ ਕੇ ਅੱਖਾਂ 'ਚ ਹੰਝੂ ਲਿਆ ਕੇ ਔਰ ਖੜ ਕੇ ਤਾੜੀਆਂ ਮਾਰੀਆਂ ਲੋਕਾਂ ਨੇ ਉਹ ਨਾਟਕ ਨੂੰ। ਜਾਣੀ ਕੇਵਲ ਧਾਲੀਵਾਲ ਦੀ ਮੈਂ ਉਹਦਾ ਰਿਣੀ ਵੀ ਹੈ ਵੀ ਉਸਨੇ ਇੱਕ ਨਾਵਲ ਨੂੰ ਇਸ ਤਰ੍ਹਾਂ ਹਜ਼ਾਰਾਂ ਸਾਹਮਣੇ ਉਹ ਮੰਚ ਦੇ ਉੱਤੇ ਲੈ ਕੇ ਆਉਂਦਾ। ਫਿਰ ਮੇਰੀ ਇੱਕ ਸੀਗਾ, ਮੇਰੀ ਕਹਾਣੀ ਸੀ ਰਿਸ਼ਤਿਆਂ ਦੇ ਕਸੀਰ। ਇਹ ਵੀ ਫਿਰ ਕੇਵਲ ਧਾਲੀਵਾਲ ਨੇ ਮੈਨੂੰ ਕਹਿੰਦਾ ਤੂੰ ਇਹਦੇ ਤੇ ਨਾਟਕ ਲਿਖ ਕੇ ਦੇ। ਉਹ ਨਾਟਕ ਫਿਰ ਮੈਂ ਲਿਖਿਆ ਮਿੱਟੀ ਰੁਦਨ ਕਰੇ। ਉਹ ਦੇਖੋ ਵੀ ਤੁਸੀਂ ਪੰਜਾਬ ਦੀ ਕੋਈ ਵੀ ਨਾਟਕ ਮੰਡਲੀ ਨਹੀਂ ਹੋਣੀ ਇਹ ਜੀ ਜਿਹਨੇ ਉਹ ਨਾਟਕ ਨਹੀਂ ਖੇਡਿਆ। ਈਵਨ ਪੰਜਾਬੀ ਵਿਭਾਗ ਜਿਹੜੀ ਪਟਿਆਲਾ ਯੂਨੀਵਰਸਿਟੀ ਦਾ ਰੈਪਰਟਰੀ ਵਿਭਾਗ ਹੈ ਥੀਏਟਰ ਵਾਲਾ, ਉਸ ਨੇ 1000 ਸ਼ੋਅ ਪੰਜਾਬ ਪੁਲਿਸ ਦੇ ਸਪਾਂਸਰ ਨਾਲ ਕੀਤਾ। ਉਹ ਸ਼ੋਅ ਮਿੱਟੀ ਰੁਦਨ ਕਰੇ ਦਾ ਪਿੰਡਾਂ 'ਚ, ਪੰਜਾਬ ਦੇ ਪਿੰਡਾਂ, ਉਹ ਜਿਹੜਾ ਜਿਹਦੀ ਅਖੀਰ 'ਚ ਘਰ ਵਾਲੀ ਚੂੜੀਆਂ ਪਾਉਂਦੀ ਅਖੀਰ ਤੇ ਉਹ ਕਮਾਲ ਦੀ ਇਹ ਹੈ ਵੀ ਜਿੰਨਾ ਚਿਰ ਉਹ ਨਸ਼ੇ ਕਰਦਾ ਰਿਹਾ, ਕਦੇ ਭਾਂਡੇ ਵੇਚਦੇ, ਕਦੇ ਉਹ ਵੇਚਦਾ, ਕਦੇ ਘਰ ਦਾ ਸਮਾਨ ਵੇਚਦਾ, ਔਰ ਜਿਸ ਦਿਨ ਉਹ ਕਿਤੇ ਲੱਗਦਾ ਵੀ ਇਹ ਹੁਣ ਚਲਾ ਗਿਆ, ਉਹ ਦਰਅਸਲ ਉਹ ਨਸ਼ੇ ਹੋਏ ਟੁੱਟੇ ਹੋਏ ਸੀ ਤੇ ਉਹ ਅਰਧ ਚੇਤਨਾ ਵਿੱਚ ਵਿਸੁੱਧ ਹੋਇਆ ਸੀ। ਉਹਦੇ ਯਾਰ ਨੂੰ ਲਿਆ ਕੇ ਨਾ ਉਹਦੇ ਚ ਥੋੜੀ ਜਿਹੀ ਕਹਿੰਦਾ ਵੀ ਇਹਦੀ ਆਤਮਾ ਭਟਕਦੀ ਰਹੂ, ਇਹਦੇ ਮੂੰਹ 'ਚ ਆਪਾਂ ਫੀਮ ਪਾ ਲਈਏ। ਉਹ ਜਦੋਂ ਘੋਲ ਕੇ ਉਹਨੇ ਪਾਈ ਤੇ ਉਹ ਹੌਲੀ ਹੌਲੀ ਸੁਰਤ ਫੜ ਲਿਆ। ਪਹਿਲਾਂ ਤਾਂ ਕੁੜੀ ਨੂੰ ਕਹਿੰਦੇ ਵੀ ਰੋ, ਇਹ ਮਰ ਗਿਆ, ਤੇਰਾ ਸਾਈਂ ਮਰ ਗਿਆ, ਰੋ। ਉਹਨੂੰ ਰੋਣ ਨਹੀਂ ਆਉਂਦਾ। ਉਹ ਜਦੋਂ ਹੌਲੀ ਉਹਦੇ ਸੁਖੀ ਹੋ ਗਈ ਸੀ। ਉਹ ਜਦੋਂ ਕਿਤੇ ਉਹ ਦੇਖਦਾ ਅੱਖਾਂ, ਉਹਦਾ ਭਰਾ ਕਹਿੰਦਾ ਉਹ ਇਹ ਤਾਂ ਜਾਗਦਾ ਹੈ, ਇਹ ਤਾਂ ਜਿਉਂਦਾ ਹੈ। ਉਦੋਂ ਫਿਰ ਚੂੜੀਆਂ ਭਾਂਦੀ, ਕਹਿੰਦੀ ਉਦੋਂ ਨਹੀਂ ਸੀ, ਮੈਂ ਕਹਿੰਦੀ ਜਿਹੜੀ ਹੁਣ ਮਿੱਟੀ ਰੁਦਨ ਬਹੁਤ ਕਮਾਲ ਦੀ। ਸਾਡੇ ਬਿਆਸ ਦੇ ਆਪਣਾ ਸ਼ੇਖਰ ਹੋਣੀ, ਹੰਸਾ ਸਿੰਘ ਹੋਣਾ ਨੇ ਬਹੁਤ ਸ਼ੋਅ ਕੀਤੇ। ਬਿਆਸ ਉਹਨੇ ਸੰਸਾ ਸਿੰਘ ਹੋਣਾ ਨੇ ਬਹੁਤ, ਹੰਸਾ ਸਿੰਘ ਹੋਣਾ ਬਹੁਤ ਕਿੱਡੇ ਆ। ਚਲੋ ਮੈਂ ਵੀ ਕੋਈ ਮੰਡਲੀ ਹੈ ਜੀ ਹੈ ਹੀ ਨਹੀਂ ਜਿਹਨੇ ਉਹ ਸ਼ੋਅ ਨਹੀਂ ਕੀਤੇ। ਨਹੀਂ, ਉਹ ਬਹੁਤ ਹੀ ਵਧੀਆ ਨਾਟਕ ਸੀ। ਹੁਣ ਆਪਾਂ ਬਲਦੇਵ ਜੀ ਤੁਹਾਡੇ ਨਾਵਲਾਂ ਵੱਲ ਆਉਣੇ ਆ ਜੀ। ਕਹਾਣੀਆਂ ਤੁਹਾਡੀਆਂ ਬਹੁਤ ਕਾਮਯਾਬ ਰਹੀਆਂ, ਉਹਨਾਂ ਤੋਂ ਨਾਟਕ ਬਣੇ, ਤੁਸੀਂ ਨਾਟਕ ਲਿਖੇ। ਜਿਹੜਾ ਨਾਵਲ ਸੀ ਤੁਹਾਡਾ ਸੂਰਜ ਦੀ ਅੱਖ, ਆਪਾਂ ਉਹਦੇ ਬਾਰੇ ਗੱਲ ਕਰਦੇ ਆ, ਤੇ ਉਹ ਚਰਚਿਤ ਵੀ ਰਿਹਾ ਤੇ ਉਹ ਮਤਲਬ ਆਪਣਾ ਬਹਿਸ ਦਾ ਵਿਸ਼ਾ ਵੀ ਬਣਦਾ। ਤੁਹਾਨੂੰ ਉਹ ਬੜੇ ਮੁਸ਼ਕਿਲ ਦੇ ਦੌਰ ਚੋਂ ਵੀ ਲੰਘਣਾ ਪਿਆ, ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪਈਆਂ, ਤੁਸੀਂ ਉਹਦੇ ਜਿਹੜੇ ਧਮਕੀਆਂ ਵੀ ਸੁਣਨੀਆਂ ਪਈਆਂ, ਬੜਾ ਵਿਵਾਦ ਉਹਦੇ ਤੇ ਚੱਲਿਆ। ਉਸ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਨਾਵਲ ਬਾਰੇ ਮਤਲਬ ਜਿਹੜਾ ਤੁਸੀਂ ਖੁਦ ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਵਿਸ਼ਾਲ ਜੀ ਵੀ ਲੋਕ ਮਨਾਂ ਦੇ ਵਿੱਚ ਨਾ ਕਿਸੇ ਨਾਇਕ ਬਾਰੇ, ਰਾਜੇ ਮਹਾਰਾਜੇ ਬਾਰੇ ਜਾਂ ਕਿਸੇ ਦੇਵੀ ਦੇਵਤੇ ਬਾਰੇ ਵੀ ਉਹਨਾਂ ਦੇ ਵਿੱਚ ਖਾਸ ਸ਼ਰਧਾ ਭਾਵਨਾ ਨਾਲ ਜਾਂ ਨਫ਼ਰਤ ਭਾਵਨਾ ਨਾਲ ਖਾਸ ਤਰ੍ਹਾਂ ਦੀ ਇੱਕ ਧਾਰਨਾ ਬਣੀ ਹੁੰਦੀ ਹੈ।
ਹੁਣ ਇਹ ਪਹਿਲਾਂ ਦੇਖਣ ਦੀ ਗੱਲ ਹੈ ਵੀ ਜਿਹੜਾ ਇਤਿਹਾਸ ਸਾਡੇ ਕੋਲੇ ਪਹੁੰਚਿਆ ਹੈ ਕਿਸੇ ਨਾਇਕ ਬਾਰੇ ਜਾਂ ਕਿਸੇ ਰਾਜੇ ਮਹਾਰਾਜੇ ਬਾਰੇ, ਉਹ ਕਿਸ ਤਰ੍ਹਾਂ ਦਾ ਇਤਿਹਾਸ ਹੈ, ਕੀ ਉਹ ਇਤਿਹਾਸ ਹੈਗਾ ਵੀ ਹੈ ਕਿ ਨਹੀਂ ਹੈਗਾ। ਕਿਉਂਕਿ ਹਰ ਇਤਿਹਾਸਕਾਰ ਜਿਹੜਾ ਨਾ ਉਹਦਾ ਆਪਣਾ ਇੱਕ ਦ੍ਰਿਸ਼ਟੀਕੋਣ ਹੁੰਦਾ ਹੈ, ਉਹਦੇ ਆਪਣੇ ਹਿੱਤ ਵੀ ਹੁੰਦੇ ਆ ਇਤਿਹਾਸਕਾਰ ਦੇ। ਉਹ ਕਿਸੇ ਬਾਰੇ ਲਿਖਣ ਲੱਗਿਆ ਇੰਨਾ ਵਧਾ ਚੜਾ ਕੇ ਲਿਖ ਦਿੰਦਾ ਹੈ ਜਾਂ ਆਪਣੇ ਵੱਲੋਂ ਜੋੜ ਕੇ ਲਿਖ ਦਿੰਦਾ ਹੈ ਉਸ ਦੇ ਕੀਰਤੀਮਾਨ ਸਥਾਪਿਤ ਕਰਨ ਲਈ। ਕੋਈ ਦੂਜਾ ਇਤਿਹਾਸਕਾਰ ਹੈ ਉਹ ਉਹਦੇ ਬਾਰੇ ਇੰਨਾ ਘਟਾ ਕੇ ਲਿਖਦਾ ਹੈ, ਉਹਦੇ ਬਾਰੇ ਕੁਝ ਅਜਿਹੀਆਂ ਕੰਟਰੋਵਰਸੀ ਗੱਲਾਂ ਲਿਖਦਾ ਹੈ ਵੀ ਇਹਦੇ ਪ੍ਰਤੀ ਕਰਨਾ ਹੋਵੇ। ਤੇ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜਾ ਇਤਿਹਾਸ ਸਾਡੇ ਕੋਲੇ ਆਇਆ ਹੈ ਉਹ ਕਿੰਨਾ ਕੁ ਸੱਚ ਹੈ। ਮਿਥ ਤੇ ਤੱਥਾਂ ਵਿੱਚ ਨਾ ਬਹੁਤ ਵੱਡਾ ਫਰਕ ਹੈ। ਉਸ ਮਿਥ ਨੂੰ ਸਚਾਈ ਲੱਭਣ ਦੀ ਖਾਤਰ ਜਿਹੜਾ ਹੈ ਤੁਹਾਨੂੰ ਬਹੁਤ ਕੁਝ ਇਤਿਹਾਸ ਨੂੰ ਕੰਘਾਲਣਾ ਪੈਂਦਾ ਵੀ ਹੈ ਕੀ। ਜੇ ਅਸੀਂ ਇਹ ਮਨ ਚ ਧਾਰ ਕੇ ਰੱਖਾਂਗੇ ਨਾ, ਆਪਣੇ ਮਨ ਚ ਸੋਚਾਂਗੇ ਵੀ ਕਿਸੇ ਇਤਿਹਾਸ ਨੂੰ ਪੜ੍ਹਨ ਵੇਲੇ ਤੁਸੀਂ ਕੀ ਸੋਚ ਕੇ ਪੜ੍ਹ ਰਹੇ ਹੋ। ਔਰ ਇਹ ਕਿਉਂਕਿ ਮਨੁੱਖ ਦੇ ਅੰਦਰ ਦੋ ਤਰ੍ਹਾਂ ਦੀਆਂ ਪ੍ਰਵਿਰਤੀਆਂ ਹੈ। ਇੱਕ ਅਸੀਂ ਕਿਸੇ ਬਾਰੇ ਚੰਗਾ ਸੁਣ ਸਕਦੇ ਹਾਂ, ਇੱਕ ਅਸੀਂ ਕਿਸੇ ਬਾਰੇ ਚੰਗਾ ਸੁਣ ਹੀ ਨਹੀਂ ਸਕਦੇ ਵੀ ਜਿਹੜਾ ਉਹਦੀ ਵੀ ਐਵੇਂ ਪ੍ਰਸ਼ੰਸਾ ਕਰੀ ਜਾਂਦਾ, ਇੱਕ ਜੇ ਹੈ ਇਹਦੀ ਐਵੇਂ ਨਿੰਦਿਆ ਕਰੀ ਜਾਂਦਾ। ਦੋ ਤਰ੍ਹਾਂ ਦੀਆਂ। ਪਰ ਮਨੋਵਿਗਿਆਨ ਇਹ ਕਹਿੰਦਾ ਹੈ ਹਰ ਮਨੁੱਖ ਦੇ ਅੰਦਰ, ਹਰ ਨਾਇਕ ਮਹਾਨਾਇਕ ਦੇ ਅੰਦਰ, ਰਾਜੇ ਮਹਾਰਾਜੇ ਅੰਦਰ ਦੋ ਤਰ੍ਹਾਂ ਦੀਆਂ ਪ੍ਰਵਿਰਤੀਆਂ ਪਈਆਂ ਹੁੰਦੀਆਂ। ਉਹਦੇ ਚ ਬਹੁਤ ਚੰਗੇ ਗੁਣ ਵੀ ਹੁੰਦੇ, ਉਹਦੇ ਚ ਘੱਟ ਚੰਗੇ ਗੁਣ ਵੀ ਹੁੰਦੇ। ਦੇਖੋ ਸਾਡਾ ਮਹਾਰਾਜਾ ਰਣਜੀਤ ਸਿੰਘ ਬਹੁਤ ਬਹਾਦਰ ਸੀ, ਦੂਰ ਅੰਦੇਸ਼ੀ ਸੀ, 40 ਸਾਲ ਤੱਕ ਉਹਨੇ ਰਾਜ ਕੀਤਾ। ਔਰ ਉਦੋਂ ਸਾਡੀ ਆਬਾਦੀ ਸਿਰਫ 8% ਸੀ। 92% ਦੇ ਉੱਤੇ ਇੱਕ ਵੀ ਕਿਸੇ ਪਾਸਿਓਂ ਉਹਦੇ ਰਾਜ ਦੇ ਵਿੱਚ ਵਿਰੋਧ ਨਹੀਂ ਹੋਇਆ। ਇਤਿਹਾਸ ਦੱਸਦਾ। ਅਸੀਂ ਕਹਿੰਦੇ ਆ ਸਾਹਿਤ ਨੂੰ, ਸਾਹਿਤ ਸਮਾਜ ਦਾ ਸ਼ੀਸ਼ਾ ਹੈ। ਕਹਿੰਦੇ ਆ ਨਾ, ਸਾਰੇ ਮੰਨਦੇ ਨੇ ਵਿਦਵਾਨ ਵੀ ਸਾਹਿਤ ਸਮਾਜ ਦਾ ਸ਼ੀਸ਼ਾ ਹੈ। ਹੁਣ ਸ਼ੀਸ਼ੇ ਦੇ ਮੂਹਰੇ ਜਿਸ ਤਰ੍ਹਾਂ ਦਾ ਇਮੇਜ ਆਊਗਾ, ਜੇ ਉਹ ਕਰੂਪ ਹੈ ਤਾਂ ਕਰੂਪ ਦੇਖੋ ਸ਼ੀਸ਼ੇ ਤੇ, ਜੇ ਉਹ ਬਹੁਤ ਵਧੀਆ ਸੁੰਦਰ ਹੈ ਤਾਂ ਸੁੰਦਰ ਦਿਸੂਗਾ। ਸ਼ੀਸ਼ੇ ਨੇ ਕੁਝ ਨਹੀਂ, ਸ਼ੀਸ਼ਾ ਸੱਚ ਬੋਲਦਾ ਹਮੇਸ਼ਾ। ਤਾਂ ਜਦੋਂ ਸਾਹਿਤ ਨੇ ਸੱਚ ਬੋਲਣਾ ਹੁੰਦਾ ਹੈ, ਉਸ ਸਮਾਜ ਵਿੱਚ ਉਸ ਨਾਇਕ ਦੀ, ਉਸ ਰਾਜੇ ਮਹਾਰਾਜੇ ਦਾ ਕਿਸ ਤਰ੍ਹਾਂ ਦੇ ਵਿੱਚ ਸੀ, ਕਿਸ ਤਰ੍ਹਾਂ ਸੀ, ਇਹ ਸਾਹਿਤ ਨੇ ਦੱਸਣਾ ਹੁੰਦਾ ਹੈ। ਇਹਦੇ ਬਾਰੇ ਸੱਚ ਸੁਣਨਾ ਵੀ ਔਖਾ, ਸੱਚ ਲਿਖਣਾ ਵੀ ਔਖਾ, ਸੱਚ ਹਜ਼ਮ ਕਰਨਾ ਵੀ ਔਖਾ। ਬਸ ਇਹੀ ਇੱਕ ਵਿਰੋਧ ਰਿਹਾ। ਹਾਂ, ਨਹੀਂ, ਜਿਸ ਤਰ੍ਹਾਂ ਸੂਰਜ ਦੀ ਅੱਖ ਦੀ ਆਪਾਂ ਹੀ ਗੱਲ ਕਰ ਰਹੇ ਹਾਂ, ਇਸੇ ਨਾਵਲ ਦੀ ਗੱਲ ਕਰ ਰਹੇ ਹਾਂ। ਫਿਰ ਕਿਉਂਕਿ ਇੱਕ ਨਾਇਕ ਦੀ ਤੌਰ ਤੇ ਆਪਾਂ ਪਰਸਨੈਲਿਟੀ ਦੀ ਗੱਲ ਕਰਦੇ ਹਾਂ, ਕਿਤੇ ਕਿਤੇ ਤੁਹਾਡੇ ਨਾਵਲ ਤੋਂ ਬਾਅਦ ਮਤਲਬ ਉਹਦੇ ਚੋਂ ਖਲਨਾਇਕ ਦਿਸਣਾ ਸ਼ੁਰੂ ਹੋ ਗਿਆ, ਜਿਹੜਾ ਲੋਕਾਂ ਨੂੰ ਨਹੀਂ ਬਚਿਆ, ਹਨਾ? ਨਹੀਂ, ਖਲਨਾਇਕ ਨਹੀਂ ਸੀ ਮਤਲਬ ਉਹਦੇ ਜਿਹੜੇ ਵਿਰੋਧ, ਜਿਹੜੀਆਂ ਉਹਦੀ ਦੀਆਂ ਬੁਰੀਆਂ ਆਦਤਾਂ ਦੀ ਆਪਾਂ ਗੱਲ ਕਰਦੇ ਹਾਂ, ਹਨਾ? ਕਿ ਉਹ ਪਚਣੀ ਔਖੀ ਵੀ ਸੀ ਔਰ ਹੋਇਆ ਵੀ ਉਦਾਂ। ਨਹੀਂ, ਪਚਣੀ ਇੰਦੀ ਕਿ ਔਖੀ ਸੀ ਵੀ ਉਹ ਉਸ ਨੂੰ ਸ਼ਰਾਬ ਪੀਂਦਾ ਕਿਉਂ ਦਿਖਾਇਆ ਗਿਆ, ਕਿਉਂ ਦਿਖਾਇਆ? ਹਾਲਾਂਕਿ ਇਤਿਹਾਸ ਦੱਸਦਾ ਹੈ ਵੀ ਉਹਦੀ ਜਿਹੜੀ ਮੌਤ ਹੁੰਦੀ ਹੈ ਉਹ ਸਿਰਫ ਸ਼ਰਾਬ, ਡਾਕਟਰ ਨੇ ਮਨਾ ਕਰਤਾ ਸੀ ਵੀ ਤੇਰਾ ਲੀਵਰ, ਤੇਰੇ ਸਾਰਾ ਕੁਝ ਡੈਮੇਜ ਹੋਇਆ ਹੋਇਆ, ਵੀ ਸ਼ਰਾਬ ਤੁਹਾਡੇ ਲਈ ਜ਼ਹਿਰ ਹੈ, ਨਾ ਪੀਓ। ਪਰ ਉਹ ਨਹੀਂ ਛੱਡੀ ਔਰ ਅਖੀਰ ਸ਼ਰਾਬ ਦੇ ਨਸ਼ੇ 'ਚ ਨਹੀਂ। ਇਹ ਫਿਰ ਤੁਸੀਂ ਜਿਹੜੇ ਤੱਥ ਸੀਗੇ, ਤੁਸੀਂ ਖੁਦ ਕਿੱਥੋਂ ਪ੍ਰਾਪਤ ਕੀਤੇ? ਕੀ ਸੋਰਸ ਸੀਗੇ ਜਾਂ ਖੁਦ ਨੂੰ ਕਿੰਨਾ ਕੁ ਤਰੋੜਿਆ ਬਰੋੜਿਆ? ਨਹੀਂ, ਦੇਖੋ ਇਤਿਹਾਸ ਦੀਆਂ ਘਟਨਾਵਾਂ ਨੂੰ, ਜੰਗਾਂ ਨੂੰ, ਉਹਦੀਆਂ ਤਿਥੀਆਂ ਨੂੰ ਕੋਈ ਵੀ ਲੇਖਕ ਤੋੜ ਮੋੜ ਦੇ ਸਕਦਾ ਹੈ। ਔਰ ਉਹਦੇ ਚ ਕੁਝ ਵੀ ਮੇਰੇ ਕੋਲੋਂ ਆਪਣਾ ਨਹੀਂ ਹੈ, ਸਿਰਫ ਫਿਕਸ਼ਨ ਮੇਰੀ ਹੈ। ਵੀ ਜੇ ਮੋਹਰਾਂ ਤੇ ਮਹਾਰਾਜ ਦੀ ਗੱਲਬਾਤ ਹੁੰਦੀ ਹੈ, ਅਸੀਂ ਤਾਂ ਦੇਖੀ ਨਹੀਂ, ਸੁਣੀ ਨਹੀਂ, ਕੋਈ ਇਤਿਹਾਸ ਨਹੀਂ ਦੱਸਦਾ, ਇਤਿਹਾਸ ਚੁੱਪ ਹੈ। ਉਹਨਾਂ ਦੇ ਆਪਸ ਵਿੱਚ ਗੱਲਬਾਤ ਕੀ ਹੁੰਦੀ ਹੈ, ਉਹ ਸਿਰਫ ਉਹ ਫਿਕਸ਼ਨ ਹੈ। ਬਾਕੀ ਹੋਰ ਕੁਝ ਵੀ, ਹਰ ਘਟਨਾ, ਹਰ ਸੱਚਾਈ, ਹਰ ਜੰਗ, ਹਰ ਜਿਹੜੇ ਜੰਗ ਚ ਕੌਣ ਕਿਹਨੇ ਸਿਪਾ ਸਲਾਰ, ਉਹ ਸਾਰਾ ਇੱਕ ਇੱਕ ਚੀਜ਼, ਉਹ ਤੱਥ ਜਿਹੜੇ ਆ ਸੱਚ ਨੇ। ਫਿਕਸ਼ਨ ਜ਼ਰੂਰ ਮਿਲੀ ਹੈ। ਤੇ ਬਸ ਇਹ ਹੈ ਵੀ ਇਹ ਸਾਰਾ ਕੁਝ ਬਾਹਰ ਨਹੀਂ ਸੀ ਆਉਣਾ ਚਾਹੀਦਾ, ਇਹ ਇੱਕ ਸਮੱਸਿਆ ਹੈ। ਪਰ ਅਸੀਂ ਸੱਚ ਨੂੰ ਕਿੰਨਾ ਚਿਰ ਦਬਾ ਕੇ ਰੱਖਾਂਗੇ? ਬਸ ਇੱਕ ਉਹੀ ਗੱਲ ਆ ਵੀ ਮਤਲਬ ਜਿਹੜੀ ਉਹਨਾਂ ਦਾ ਨਾਇਕ ਆ ਸਾਡਾ ਇਤਿਹਾਸਕ, ਠੀਕ ਹੈ ਨਾ, ਉਹਨੂੰ ਉਹ ਵੇਖਣਾ ਨਹੀਂ ਚਾਹੁੰਦੇ। ਇੱਥੇ ਸਮੱਸਿਆ ਖੜੀ ਹੋਈ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਮਤਲਬ ਜਿੰਨੇ ਸਾਲ ਉਹਨਾਂ ਨੇ ਕੀਤਾ, ਤੇ ਉਹਨਾਂ ਨੇ ਮਤਲਬ ਸਿਰਦਾਰ ਦਾ ਉੱਚਾ ਕੀਤਾ। ਹੁਣ ਆਪਾਂ ਉਹਨੇ ਤੁਹਾਡੇ ਬਹੁਤ ਚਰਚਿਤ ਜਿਹੜਾ ਨਾਟਕ ਹੈ ਲਾਲ ਬੱਤੀ, ਹੈ ਨਾ, ਬੇਸਵਾਵਾਂ ਦੀ ਜ਼ਿੰਦਗੀ ਤੇ ਲਿਖਣਾ, ਉਹ ਤੇ ਫਿਰ ਇਸ ਕਦਰ ਪੇਸ਼ ਕਰਨਾ ਉਹਨੂੰ ਨਾਟਕ ਰਾਹੀਂ ਜਾਂ ਏਦਾਂ, ਉਹ ਜਿਹੜਾ ਵਿਸ਼ਾ ਸੀਗਾ ਉਹ ਕਿੱਦਾਂ ਦਿਮਾਗ 'ਚ ਆਇਆ? ਪਹਿਲਾਂ ਪੰਜਾਬੀ ਇਤਿਹਾਸ 'ਚ ਮੈਂ ਨਹੀਂ ਕਿਤੇ ਪੜ੍ਹਿਆ ਏਦਾਂ ਦਾ ਨਾਟਕ, ਏਦਾਂ ਦਾ ਨਾਵਲ, ਤੇ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਤੇ ਸਾਡੇ ਦਰਸ਼ਕ, ਤੁਹਾਡੇ ਪਾਠਕ ਵੀ ਜਾਣਨਾ ਚਾਹੁੰਦੇ। ਉਹ ਦਰਅਸਲ ਇਸ ਤਰ੍ਹਾਂ ਸੀ ਵੀ
ਜੇ ਮੈਂ ਉਹਦੇ ਥੋੜਾ ਜਿਹਾ ਬੀਜ ਕਿੱਥੋਂ ਦਾ ਪੈਦਾ ਹੋਇਆ। ਵਿਕਟੋਰੀਆ ਮੈਦਾਨ ਬਹੁਤ ਖੁੱਲਾ ਮੈਦਾਨ ਹੈ ਕਲਕੱਤਾ, ਜੇ ਕਿਸੇ ਨੇ ਦੇਖਿਆ ਹੈਗਾ ਤਾਂ ਉੱਥੇ ਜਿਹੜੀ ਮੇਰਾ ਖਿਆਲ ਹੈ ਵੀ ਸੈਂਕੜੇ ਏਕੜ ਦੇ ਵਿੱਚ ਹੈਗਾ ਉਹ ਮੈਮੋਰੀਅਲ ਹੈ, ਤੇ ਉਹਦੇ ਪਾਸਿੰਗ ਪਾਰਕ ਤੇ ਗਾਰਡਨ ਨੇ ਸਾਰੇ। ਉੱਥੇ ਸ਼ਾਮ ਨੂੰ ਲਗਭਗ ਬਹੁਤਾ ਨਹੀਂ ਤਾਂ 30% ਕਲਕੱਤਾ ਬਾਹਰ ਹੁੰਦਾ ਉੱਥੇ, ਕਿਉਂਕਿ ਹੁਮਸ ਇੰਨੀ ਹੈ, ਉਹ ਖੁੱਲਾ ਓਪਨ ਜਗ੍ਹਾ, ਉੱਥੇ ਲੋਕ ਜਾਂਦੇ ਨੇ ਔਰ ਉੱਥੇ ਉਹ ਰੇੜੀਆਂ ਵਾਲੇ ਠੰਡਿਆਂ ਵਾਲੇ ਹੋਰ ਸਾਰੇ ਸਮਾਨ ਵੇਚਦੇ ਹੁੰਦੇ। ਅਸੀਂ ਵੀ ਉੱਥੇ ਸ਼ਾਮ ਨੂੰ ਜਦੋਂ ਵਿਹਲੇ ਹੁੰਦੇ ਸੀ 2-4 ਸਾਥੀ ਰਲ ਕੇ ਉੱਥੇ ਚਲੇ ਜਾਂਦੇ ਹੁੰਦੇ ਸੀ। ਅਸੀਂ ਉੱਥੇ ਗਏ ਤੇ ਇੱਕ ਲੜਕੀ ਹੋਈ ਹੈ ਸਾਡੇ ਕੋਲੇ, ਗੱਡੀ 'ਚ ਬੈਠੇ ਸੀ ਅਸੀਂ ਉਦੋਂ, ਤੇ ਉਹ ਆ ਕੇ ਤੇ ਉਹ ਮੰਗਦੀ ਹੈ, ਅਸੀਂ ਕभी ਜਾ ਤੂੰ, ਤੇ ਉਦੋਂ ਖਾਂਦੇ ਪੀਂਦੇ ਸੀ। ਉਹ ਕਹਿੰਦੇ ਚੱਲ ਫਿਰ ਮੈਨੂੰ ਪੈਗੀ ਦੇ ਦਿਓ, ਤੇ ਉਹ ਕਹਿੰਦੇ ਵੀ ਜਾ ਤੂੰ ਹੋਰ ਗੱਡੀਆਂ 'ਚ ਜਾ, ਸਾਡੇ ਕੋਲੇ ਚੱਲ। ਉਹ ਚਲੀ ਗਈ ਸਾਡੇ ਕੋਲੋਂ। ਕੋਈ ਥੋੜੇ ਚਿਰ ਬਾਅਦ ਮੈਂ ਜਿਹੜਾ ਨਾ ਇੱਧਰਲੇ ਪਾਸੇ ਵਿਕਟੋਰੀਆ ਦੀਆਂ ਝਾੜੀਆਂ ਜਿਹੀਆਂ ਹੈਗੀਆਂ, ਤੇ ਉਧਰ ਲੈ ਗਿਆ। ਮੈਂ ਕਿਹਾ ਯਾਰ ਇੱਧਰ ਜਿਹੜਾ ਹੈ ਉਹ ਵਾਸ਼ਰੂਮ ਜਾ ਕੇ ਆਉਣਾ ਹੈ। ਉਹ ਦੇਖਿਆ ਵੀ ਇੱਕ ਮੈਲੇ ਜਿਹੇ ਤੌਲੀਏ ਉੱਤੇ ਇੱਕ 7-8 ਮਹੀਨਿਆਂ ਦੀ ਬੱਚੀ ਪਾਈ ਹੈ, ਤੇ ਉਹ ਕੁੜੀ ਜਿਹੜੀ ਸਾਡੇ ਕੋਲ ਆਈ ਸੀ ਉਹਨੂੰ ਦੁੱਧ ਚੰਗਾ ਸਾਹ ਮਨ ਦੇ ਵਿੱਚ ਇੰਨਾ ਚੁਭਿਆ ਵੀ ਸਾਡੇ ਕੋਲੇ ਸੁਰਖੀ ਬਿੰਦੀ ਲਾ ਕੇ ਤੇ ਜਿਹੜਾ ਇਸ ਤਰ੍ਹਾਂ ਆਈ ਹੈ ਉਹ ਮੰਗਦੀ ਹੈ, ਤੇ ਬੱਚੀ ਵੀ ਨਾਲ ਉਹਦੇ, ਪੇਟ ਤੁਹਾਨੂੰ ਕੀ ਕੁਛ ਕਰਾਉਂਦਾ ਹੈ। ਇਹ ਮੇਰੇ ਮਨ ਚ ਉਦੋਂ ਚੁਭੀ ਗੱਲ। ਉਸ ਤੋਂ ਬਾਅਦ ਹੋਰ 2-3 ਇਸ ਤਰ੍ਹਾਂ ਦੀਆਂ ਲੜਕੀਆਂ ਆਈਆਂ। ਇੱਕ ਵਾਰੀ ਵਿਕਟੋਰੀਆ ਮੈਂ ਬੈਠਾ ਹੋਇਆ ਸੀ, ਤੇ ਉਹ ਕਹਿੰਦੇ ਇਕਾਈ ਕਹਿੰਦੀ ਵੀ ਮੈਂ ਖੁਸ਼ ਕਰ ਦਿੰਨੀ ਹੈ, ਇਸ ਕਹਿੰਦੇ ਜਾ ਤੂੰ। मैं कहूँ 10 रुपये ले ला, नहीं मांगते थोड़ा है, हम बघारी नहीं है, हम तो काम करने से पैसे लगे। यानी ये देख ये ਉਹਦੀ ਮਾਣ, ਉਹਦੇ ਅੰਦਰਲਾ ਗੌਰਵ ਸੀ ਕਿ ਮੈਂ ਐ ਨਹੀਂ ਪੈਸੇ ਲੈਣੇ, ਮੈਂ ਤੋਂ ਕੁਝ ਕਰੋਨਾ ਤਾਂ ਮੈਂ ਪੈਸੇ ਲੈ ਲੂੰਗੀ। ਉਹ ਇੱਕ 2-3 ਗੱਲਾਂ ਅੰਦਰ ਨਾ ਪੰਪਦੀਆਂ ਰਹੀਆਂ ਮਨ ਦੇ ਵਿੱਚ। ਮੈਂ ਕਿਹਾ ਜਦੋਂ ਕਿਤੇ ਮੌਕਾ ਮਿਲਿਆ ਨਾ, ਮੈਂ ਇਹਨਾਂ ਦੀ ਨਾ ਬੈਕਗ੍ਰਾਉਂਡ ਦੇਖੂੰਗਾ ਵੀ ਧੰਦੇ ਤੋਂ ਬਾਅਦ ਦੀ ਜੀਵਨ ਕਿਸ ਤਰ੍ਹਾਂ ਦਾ ਹੈ। ਇੱਕ ਜਗ੍ਹਾ ਜਿੱਥੇ ਉਹ ਚੱਕਲਾ ਸੋਨਾਗਾਚੀ ਬਹੁਤ ਵੱਡਾ ਏਰੀਆ ਉੱਤੇ ਜਿਹੜਾ ਵੇਸਵਾਵਾਂ ਦਾ ਬਹੁਤ ਵੱਡਾ, ਉੱਥੇ ਮੇਰਾ ਉਹ ਸੈਂਕੜੇ ਹਜ਼ਾਰਾਂ ਹੋਣਗੀਆਂ। ਇੱਕ ਬਾੜੀ ਕਹਿੰਦੇ ਨੇ ਜਿਹਨੂੰ, ਜਿਹਦੇ ਚ 15-20-40-50 ਕਮਰੇ ਹੋਣ, ਹਰ ਕਮਰੇ ਚ 1-2-3-3 4-4 ਧੁਨੀਆਂ ਹੁੰਦੀਆਂ, ਤੇ ਮੈਂ ਉਹਨਾਂ ਦੀ ਕੋਈ ਨਾ ਕੋਈ ਸੰਚਾਲਕ ਹੁੰਦੀ ਹੈ। ਬੰਗਲਾ ਚ ਉਹਨਾਂ ਨੂੰ ਮੌਸੀ ਕਹਿੰਦੇ ਨੇ। ਤੇ ਮੈਂ ਕੋਲੇ ਗਿਆ ਵੀ ਮੈਂ ਕਿਹਾ ਵੀ ਮੈਂ ਨਾ ਤੁਹਾਡਾ ਇਹ ਸਾਰਾ ਦੇਖਣਾ ਚਾਹੁੰਦਾ ਸਾਡੇ। ਉਹ ਕਹਿੰਦੇ ਇੱਥੇ ਬਥੇਰੇ ਆਉਂਦੇ ਨਹੀਂ, ਤੇ ਅਸੀਂ ਸਾਡਾ ਕੀ ਦੇਖਣਾ, ਅਸੀਂ ਤਾਂ ਪਹਿਲਾਂ ਹੀ ਦੁਖੀ ਆ, ਆ ਕੇ ਫੋਟੋ ਲੈ ਜਾਓ। ਉਹ ਪੱਤਰਕਾਰੀ ਸਮਝਾ ਵੀ ਇੱਥੇ ਫੋਟੋ ਲੈ ਜਾਏਗਾ, ਉਹ ਲੈ ਜਾਏਗਾ, ਅਖਬਾਰ ਚ ਦਵਾਂਗੇ, ਅਸਾਂ ਤਾਂ ਪਹਿਲਾਂ ਹੀ ਬੁਰਾ ਹਾਲ ਆ ਸਾਡਾ। ਫਿਰ ਜੀ ਹੌਲੀ ਮੈਂ ਮਗਰ ਲੱਗਿਆ ਰਿਹਾ, ਔਰ ਇਹ 6-7 ਸਾਲ ਦੀ ਸਟੱਡੀ ਹੈ ਮੇਰੀ ਇਹ। ਕਦੇ ਉਹਨੇ ਕਹਿਣਾ ਵੀ ਠੀਕ ਹੈ, ਫਿਰ ਉਹ ਇੰਨਾ ਉਹਨੂੰ ਭਰੋਸੇ 'ਚ ਲੈ ਲਿਆ ਵੀ ਇਹ ਬੰਦਾ ਇੱਥੇ ਆਉਂਦਾ ਹੈ ਸਿਰਫ ਪੁੱਛ ਕੇ ਮੁੜ ਜਾਂਦਾ ਹੈ। ਫਿਰ ਉਹ ਕਹਿੰਦੀ ਕੋਈ ਨਹੀਂ। ਮੈਂ ਕਿਹਾ ਮੈਂ ਇੱਥੇ ਰਹਿਣਾ ਚਾਹੁੰਦਾ 2 ਦਿਨ ਤੁਹਾਡੇ ਕੋਲੇ। ਉਹ ਫਿਰ ਜਦੋਂ ਸਵੇਰੇ ਉੱਠਦੀਆਂ ਜਾਂ 12-1 ਵਜੇ ਤੋਂ ਬਾਅਦ ਸੌਂਦੀਆਂ, ਉਹ ਲਾਈਫ ਦੇਖਣੀ ਮੈਂ ਚਾਹੁੰਦਾ ਸੀ। ਉਹ ਲਾਈਫ ਲਾਲ ਬੱਤੀ ਵਿੱਚ ਆਈ ਹੈ ਸਾਰੀ। ਔਰ ਇਹ ਕਿਤੇ ਵੀ ਮੈਨੂੰ ਲੱਗਦਾ ਵੀ ਗਲੈਮਰ ਤਾਂ ਆਇਆ, ਵੇਸਵਾਂ ਬਾਰੇ ਫਿਲਮਾਂ ਵੀ ਬਣੀਆਂ ਵੀ ਉਹ ਕਿਸੇ ਹੀਰੋ ਦੇ ਇਸ਼ਕ ਨਾਲ ਦੀ ਆਪ ਕੁਰਬਾਨੀ ਦੇ ਦਿੰਦੀਆਂ ਵੀ ਮੈਂ ਮਰ ਜਾਂਦੀ ਹਾਂ, ਤੂੰ ਵਿਆਹ ਕਰਾ ਲੈ ਦੇਣਾ ਉਹਦਾ। ਪਰ ਉਹਨਾਂ ਦੀ ਜਿਹੜੀ ਇੰਨੀ ਦਰਦਨਾਕ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਨਾ, ਉਹ ਕਿਤੇ ਹੈ ਨਹੀਂ ਸੀਗੀ। ਉਹ ਫਿਰ ਮੈਂ ਉਹਨਾਂ ਦੇ ਫਿਰ ਤਾਂ ਕੁੜੀਆਂ ਵੀ ਜਿਹੜੀਆਂ ਸੀ ਉਹਨਾਂ ਦੀਆਂ, ਮੈਂ ਕੁੜੀਆਂ ਕਹਿੰਦਾ ਉਹਨਾਂ ਵੇਸਵਾਂ ਨਹੀਂ ਕਹਿੰਦਾ, ਉਹ ਵੀ ਕੋਈ ਮੈਨੂੰ ਅੰਕਲ, ਕੋਈ ਭਾਈ, ਕੋਈ ਦਾਦਾ ਬੋਲਣ ਲੱਗ ਗਈਆਂ ਆ ਕੇ, ਆਪਣੀ ਜੀਵਨ ਦੱਸਣ ਲੱਗੀਆਂ, ਆਈਆਂ ਕਿਵੇਂ ਹੈ, ਅਸੀਂ ਕੌਣ ਸਾਨੂੰ ਇੱਥੇ ਛੱਡ ਗਿਆ ਧੋਖੇ ਨਾਲ, ਕੌਣ ਸਾਨੂੰ ਵੇਚ ਗਿਆ। ਉਹ ਸਾਰਾ ਕੁਝ ਹਿਸਟਰੀ ਜਿਹੜੀ ਹੈ ਨਾ ਸਾਰੀ, ਉਹ ਸਾਰੀ ਫਿਰ ਉਹਨਾਂ ਤੋਂ ਮੈਂ ਹੌਲੀ ਕੱਢਦਾ ਰਿਹਾ। ਦੂਸ਼ਣ ਮੇਰੇ ਤੇ ਇਹ ਲੱਗਦੇ ਰਹੇ, ਮੇਰੇ ਡਰਾਈਵਰ ਇਹ ਸਾਰੇ ਹੁਣ ਫੇਲ ਹੋ ਕੇ ਜਾਊਗੀ। ਇਹ ਤਾਂ ਰਹਿੰਦਾ ਹੀ ਉੱਥੇ, ਜਦੋਂ ਕਿਉਂ ਇੱਧਰੋਂ ਜਾਣਾ, ਅਸਾਮ ਲੈ ਕੇ ਜਾਣਾ ਟਰੱਕ, 3-4 ਦਿਨ ਜਾਂਦੇ ਨੂੰ ਲੱਗ ਜਾਣੇ, 2 ਦਿਨ ਉੱਥੇ ਮਾਲ ਨਾ ਮਿਲਣਾ, ਉਧਰ ਆਉਣਾ, 8-10 ਦਿਨਾਂ ਬਾਅਦ ਮੈਂ ਆਉਣਾ ਤੇ ਜਾਣਾ ਉਧਰ ਨੂੰ, ਪੁੱਛਾਂ ਮੈਨੂੰ ਅੱਜ ਇੱਥੇ ਰੱਖੇਗੀ। ਤੇ ਉਹ ਕੁੜੀਆਂ ਇਸ ਤਰ੍ਹਾਂ ਜਿਹੜੀ ਕੋਲ ਬੈਠਣ ਲੱਗ ਗਈਆਂ, ਜਿਵੇਂ ਉਹਨਾਂ ਦੇ ਘਰ ਦਾ ਜੀ ਕੋਈ ਹੁੰਦਾ, ਜਿਹੜੀ ਉਹ ਕੋਈ ਕਾਮ ਤੇਜਨਾ ਜਾਂ ਹੋਰ ਕੋਈ ਉਸ ਮਸਲਾ ਹੀ ਨਹੀਂ ਸੀ ਹੈਗਾ। ਉਹ ਪਰ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਨਾ, ਉਹ ਕਈ ਵਾਰੀ ਤਾਂ ਇੰਨੇ ਰੌਂਗਟੇ ਖੜੇ ਕਰਨ ਵਾਲੀ ਸੀ, ਜਿਹੜੀ ਮੈਂ ਲਿਖ ਹੀ ਨਹੀਂ ਸਕਿਆ ਵਿੱਚ ਲਾਲ ਬੱਤੀ ਚ।
ਤੇ ਸਾਹਮਣੇ ਪਾਰਕ ਸੀ, ਉੱਥੇ 3-4 ਤਲਾਅ ਦੇ 2-3 ਮੰਜ਼ਲਾਂ ਹੁੰਦੀਆਂ ਬਿਲਡਿੰਗਾਂ, ਸਾਹਮਣੇ ਪਾਰਕ ਵਿੱਚ ਬੁੜੀ ਬੈਠੀ ਹੁੰਦੀ ਸੀ, ਬਾਟਾ ਉਹਦੇ ਕੋਲ ਹੁੰਦਾ ਸੀ। ਉਹ ਇੱਕ ਦਿਨ ਮੈਂ ਪੁੱਛਿਆ ਵੀ, ਕਹਿੰਦੀ ਉਹ ਕਹਿੰਦੀ ਮੈਨੂੰ, ਕਹਿੰਦੀ ਬੰਗਲਾ ਚ ਮੈਨੂੰ ਕਹਿੰਦੀ यहाँ की है, यहाँ ही थी ये कुछ साल पहले। यानी हैरानी ये है भी जिवें जिवें ਕਿਸੇ ਮਕੈਨਿਕ ਦੀ, ਕਿਸੇ ਮਾਹਰ ਦੀ ਉਮਰ ਵੱਧਦੀ ਜਾਂਦੀ ਹੈ, ਉਹਦਾ ਰੇਟ ਵੱਧਦਾ ਜਾਂਦਾ ਵੀ ਇਹ ਤਾਂ ਜੀ ਇੰਨਾ ਤਜਰਬੇਕਾਰ ਹੈ, ਇੰਨਾ ਪੁਰਾਣਾ ਬੰਦਾ ਹੈ। ਡਾਕਟਰ ਹੈ ਜਿਹੜਾ 200 ਫੀਸ ਲੈਂਦਾ, ਜੇ ਹੁਣ 600-700 ਫੀਸ ਲੈਂਦੇ ਵੀ ਉਹਦਾ ਇੰਨਾ ਐਕਸਪੀਰੀਅੰਸ ਹੈ। ਪਰ ਇੱਕ ਵੇਸਵਾ ਹੈ ਜਿਹੜੀ ਜਿਵੇਂ ਜਿਵੇਂ ਇਹਦਾ ਤਜਰਬਾ ਵੱਧਦਾ ਜਾਂਦਾ ਇਹਦੀ ਫੀਸ ਘਟਦੀ ਜਾਂਦੀ, ਫੀਸ ਘਟਦੀ ਜਾਂਦੀ। ਬੜਾ ਵੱਡਾ ਬਹੁਤ ਵੱਡਾ ਦੁਖਾਂਤ ਹੈ ਇਹ, ਬਹੁਤ ਟ੍ਰੈਜਡੀ ਹੈ ਵੀ ਜਿਵੇਂ ਜਿਵੇਂ ਉਹਦੀ ਉਮਰ ਵੱਧ ਜਾਣੀ ਉਹਦਾ ਮੁੱਲ ਘਟਦਾ ਜਾਂਦਾ। ਉਹ ਤਾਂ ਯਾਰ ਉਹ ਕਹਿੰਦਾ ਵੀ ਆਂਟੀ ਹੈ ਜੀ, ਛੱਡੋ ਜੀ। ਨਹੀਂ, ਉਹ ਤੁਹਾਡਾ ਜਿਹੜਾ ਉਹਦੇ ਚ ਨਿਕਲਿਆ ਲਾਲ ਬੱਤੀ ਨਾਵਲ ਆ, ਫਿਰ ਨਾਟਕ ਆ, ਸ਼ਾਹਕਾਰ ਆ, ਇਹਦੀ ਹਿਸਟਰੀ ਦੇਖੋ। ਮੈਂ ਲਿਖ ਕੇ ਰੱਖਿਆ ਹੈ 2 ਸਾਲ ਮੇਰੇ ਕੋਲ ਪਿਆ, 3 ਸਾਲ ਮੈਂ ਕਿਹਾ ਇਹਨੂੰ ਛਾਪਣਾ ਕੋਈ ਸਿੱਧਾ ਹੀ ਕੱਪੜੇ ਉਤਾਰਨ ਤੋਂ ਤਾਂ ਸ਼ੁਰੂ ਹੁੰਦਾ ਨਾਵਲ। ਹੁਣ ਉਹਨੂੰ ਸ਼ਬਦ ਵੀ ਪਾਉਣੇ ਆ, ਤੁਸੀਂ ਨੰਗੀ ਵੀ ਨਹੀਂ ਦਿਖਾ ਸਕਦੇ ਔਰਤਾਂ ਨੂੰ, ਕਿਉਂਕਿ ਜੇ ਧੰਦਾ ਹੀ ਜਿਸ ਕਾਰੋਬਾਰੀ ਸਾਰਾ ਵੀ ਇਹ ਜਿਹੜੇ ਲਾਉਣ ਦਾ। ਉਹ ਮੈਨੂੰ ਮੋਗੇ, ਜਦੋਂ ਮੈਂ ਆ ਗਿਆ ਮੋਗੇ ਮਿਲਣ ਆਇਆ, ਗੱਲਾਂ ਬਾਤਾਂ ਕਰਦੇ ਰਹੇ, ਮੈਨੂੰ ਕਹਿੰਦੇ ਕੀ ਕੀਤਾ, ਮੈਂ ਯਾਰ ਲਾਲ ਬੱਤੀ ਨਾਵਲ ਲਿਖਿਆ ਪਿਆ, ਛਾਪਣਾ ਮੈਨੂੰ ਦੇ ਗੱਲ। ਉਹ ਮੈਥੋਂ ਲੈ ਗਿਆ, ਉਦੋਂ ਫੋਨ ਚੱਲ ਪਏ ਸੀ 10 ਦਿਨ ਬਾਅਦ, ਕਹਿੰਦਾ ਮੈਂ ਛਾਪਾਂ, ਕਹਿੰਦਾ ਟਾਈਟਲ ਬਣਵਾ ਦੇ। ਟਾਈਟਲ ਸਭੀ ਨੇ ਬਣਾਇਆ ਇਹਦਾ ਪਹਿਲਾ ਟਾਈਟਲ, ਉਹਦੇ ਬਾਅਦ ਤਾਂ ਹੁਣ ਉਹਦੇ 11-12 ਐਡੀਸ਼ਨ ਵੀ ਛਪ ਗਏ, ਕਈ ਕੁਝ ਹੋ ਗਿਆ। ਤੇ ਅੰਮ੍ਰਿਤਸਰੀ ਉਹਨੇ ਉੱਥੇ ਚੰਡੀਗੜ੍ਹ ਉਹਨੇ ਪੋਸਟ ਰੱਖੀ, ਉਹਦੇ ਚ ਚਾਂਸਲਰ, ਇੱਕ ਕਾਲਜ ਦੀ ਪ੍ਰਿੰਸੀਪਲ ਲੇਡੀ, ਔਰਤਾਂ ਵਾਲੀਆਂ ਸੀ। ਔਰ ਜਦੋਂ ਉਹਦੇ ਤੇ ਬਹਿਸ ਹੋਈ, ਉਹ ਔਰਤ ਕਹਿੰਦੀ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਇਹ ਤਾਂ ਤੁਸੀਂ ਲਿਖਤਾ ਵੀ ਉਹ ਸਾਰਾ ਜਿਹੜਾ ਹੈ ਉਹ ਖੁੱਲੇ ਆਮ ਬਾਜ਼ਾਰ ਦੇ ਵਿੱਚ ਆਪਣੇ ਆਪ ਨੂੰ ਸ਼ੋਅ ਕਰਕੇ ਕਰਦੀਆਂ ਨੇ। ਇੱਥੇ ਲੁਕਵੇਂ ਰੂਪ ਜਿਹੜੀ ਲਾਲ ਬੱਤੀ ਚੱਲ ਰਹੀ ਹੈ, ਕਹਿੰਦੀ ਮੈਂ ਤੁਹਾਨੂੰ ਦੱਸਦੀ ਕਿਵੇਂ, ਕਹਿੰਦਾ ਕਿਵੇਂ ਸ਼ੋਸ਼ਣ ਹੋ ਰਿਹਾ ਸਟੂਡੈਂਟ ਦਾ, ਪ੍ਰੋਫੈਸਰ ਕਿਵੇਂ ਉਹਨਾਂ ਨੂੰ ਸ਼ਿਮਲੇ ਲੈ ਜਾਂਦਾ, ਕੋਈ ਸਨੋਬਲ ਲੈ ਜਾਂਦਾ, ਕੋਈ ਕਿਤੇ ਲੈ ਜਾਂਦਾ। ਔਰ ਉਹ ਤਾਂ ਕਮਾਲ ਦੀ ਸੀ। ਉਸ ਤੋਂ ਬਾਅਦ ਗੰਧਲੇ ਪਾਣੀ ਜਿਹੜਾ ਆਇਆ ਨਾ ਪੰਜਾਬ, ਕਿਉਂਕਿ ਮੈਨੂੰ ਕਰਦੇ ਰਹੇ ਸੀ ਵੀ ਪੰਜਾਬ ਦੀ ਲਾਲ ਬੱਤੀ ਕੌਣ ਲਿਖੂਗਾ, ਤੇ ਇਹ ਫਿਰ ਮੈਂ ਸਰਵੇ ਕੀਤਾ ਆਪਣੇ 6-7 ਜ਼ਿਲ੍ਹੇ ਮੋਗੇ ਦੇ, ਅੰਮ੍ਰਿਤਸਰ। ਔਰ ਹੈਰਾਨੀ ਦੇਖੋ, ਪਵਿੱਤਰ ਸ਼ਹਿਰ ਹੈ ਸਾਡਾ ਉਹ, ਔਰ ਸਰਵੇ ਦੱਸਦਾ ਵੀ ਸਭ ਤੋਂ ਵੱਧ ਜਿਹੜਾ ਇਹ ਲੋਕਵੇ ਰੂਪ ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਉਹ ਅੰਮ੍ਰਿਤਸਰ ਡਿਸਟ੍ਰਿਕਟ। ਇਹ ਹੈਰਾਨੀ ਨਹੀਂ ਹੈ ਕਿ ਅੰਮ੍ਰਿਤਸਰ ਖਾਸ ਪ੍ਰਾਪਤ ਜਿਹੜਾ ਰਿਕਾਰਡਡ ਹੈ। ਆਹੋ, ਬਹੁਤੇ ਤੱਥ ਨਹੀਂ ਵੀ ਸਾਹਮਣੇ ਆਉਂਦੇ ਤੇ ਉਹ ਗੰਧਲੇ ਪਾਣੀ ਉਹਦੇ ਵਿੱਚੋਂ ਨਿਕਲਿਆ। ਅੱਛਾ, ਇਹ ਆਪਣਾ ਹੁਣ ਗੱਲ ਆਪਾਂ ਇਹ ਕਰਦੇ ਆ ਵੀ ਬਲਦੇਵ ਸਿੰਘ ਮੋਗਾ, ਬਲਦੇਵ ਸਿੰਘ ਕਲਕੱਤਾ, ਬਲਦੇਵ ਸਿੰਘ ਸੜਕਨਾਮਾ, ਬਲਦੇਵ ਸਿੰਘ ਲਾਲ ਬੱਤੀ, ਬਲਦੇਵ ਸਿੰਘ ਅੰਨਦਾਤਾ, ਇਹ ਇੰਨੇ ਨਾਂ ਤੁਹਾਡੇ ਨਾਲ ਜੁੜੇ ਹੋਏ। ਸੂਰਜ ਦੀ ਅੱਖ ਵੀ ਕੱਢ ਲੱਗ ਪੈਂਦੀ ਆ, ਸੂਰਜ ਦੀ ਅੱਖ। ਤੁਸੀਂ ਮਤਲਬ ਕਿਹੜਾ ਨਾਮ ਕਹਾਉਣਾ ਚਾਹੋਗੇ, ਆਪਣੇ ਨਾਲ ਜੋੜਨਾ ਚਾਹੁੰਦੇ ਵੀ ਤੁਹਾਨੂੰ ਚੰਗਾ ਲੱਗਦਾ ਹੋ ਕਿ ਯਾਰ ਆਹ ਗੱਲ? ਨਹੀਂ, ਦਰਅਸਲ ਨਾ ਪਹਿਲਾਂ ਤਾਂ ਜਿਹੜਾ ਨਾਮ ਹੁੰਦਾ ਨਾ, ਜੇ ਮੈਂ ਇਹ ਦੱਸਾਂ ਵੀ ਜਿਹੜਾ ਲੋਕ ਤੁਹਾਨੂੰ ਨਾਮ ਦਿੰਦੇ ਆ, ਉਹ ਤੋਂ ਤੁਸੀਂ ਖੜਾ ਨਹੀਂ ਛਡਾ ਸਕਦੇ। ਖੜਾ ਛਡਾਉਣ ਦੇ ਇੱਕ ਤੁਹਾਨੂੰ ਉਦਾਹਰਨ ਦੱਸਦਾ, ਸੜਕਨਾਮਾ ਦੇ ਵਿੱਚ ਹੈ ਇੱਕ ਬੱਸ ਡਰਾਈਵਰ ਸੀ ਕਲਕੱਤੇ ਦਾ, ਉਹ ਕਿਤੇ ਉਹਨਾਂ ਦੇ ਟਾਈਮ ਬਦਲ ਗਏ, ਉਹਨੇ ਧੜਕ ਸਨੇਹਾ ਨਿਕਲਣਾ ਸੀ ਆਪਦੀ ਘਰ ਵਾਲੀ ਨੂੰ, ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ, ਤੂੰ ਮੇਰੀ ਰੋਟੀ ਨਾ ਮੇਰੇ ਬੱਸ ਸਟੈਂਡ ਤੇ, ਮੈਂ ਇੰਨੇ ਵਜੇ ਗੱਡੀ ਲੈ ਕੇ ਉਧਰੋਂ ਆਉਂਗਾ ਧਰਮਤਲਾ ਖਾਸ ਜਗ੍ਹਾ ਜਿੱਥੇ ਸਾਰੀਆਂ ਬੱਸਾਂ ਆਉਂਦੀਆਂ ਤੇ ਫਿਰ ਉੱਥੋਂ ਮੁੜਦੀਆਂ, ਵੀ ਉੱਥੇ ਮੇਰੀ ਰੋਟੀ ਫੜਾਏ। ਉਹ ਰੋਟੀ ਗਈ ਲੈ ਤੇ ਉਹ ਗੇੜਾ ਲੈ ਕੇ ਕਿਤੇ ਗਿਆ ਸੀ, ਮੁੜਿਆ ਨਹੀਂ ਸੀ, ਤੇ ਉਹਨੇ ਆ ਕੇ ਕਿਹਾ ਵੀ ਉਹਦੀ ਰੋਟੀ, ਨਾਲ ਦੇ ਇੱਕ ਡਰਾਈਵਰ ਨੇ ਕਿਸੇ ਹੋਰ ਨੂੰ ਆਵਾਜ਼ ਮਾਰੀ, ਓਏ ਆ ਗੰਢੇ ਖਾਣੇ ਦੀ ਰੋਟੀ ਫੜ ਕੇ ਰੱਖ। ਸੱਚੀ ਘਟਨਾ ਵਾਪਰੀ ਹੋਈ। ਉਹ ਕਹਿੰਦੇ ਗੰਢੇ ਖਾਣੇ ਦੀ ਰੋਟੀ ਫੜ ਕੇ, ਉਹ ਦੂਜੇ ਉਹਨੂੰ ਜਦੋਂ ਸ਼ਾਮ ਨੂੰ ਆਇਆ ਦਰਦ ਪੀਤੀ ਹੋਈ, ਉਹ ਕਹਿੰਦੇ ਵੀ ਹੈ ਤੈਨੂੰ ਜੀ ਗੰਢੇ ਖਾਣਾ ਕਹਿੰਦੇ ਆ? ਉਹ ਕਹਿੰਦਾ ਸ਼ੁਕਰ ਕਰ ਗੰਢੇ ਖਾਣਾ ਹੀ ਕਹਿੰਦੇ, ਭਲੀਏ ਲੋਕੇ ਉਹਦਾ ਗੂੰ ਖਾਣਾ ਵੀ ਕਹਿ ਸਕਦੇ ਆ। ਤੇ ਲੋਕ ਜਿਹੜੇ ਆ ਨਾ, ਇਹ ਹੁਣ ਜਿਵੇਂ ਸੜਕਨਾਮਾ ਕਹਿਣ ਲੱਗ ਪਏ, ਅੰਨਦਾਤਾ ਕਹਿਣ ਲੱਗ ਪਏ, ਇਹ ਇਸ ਤਰ੍ਹਾਂ ਦੀ ਜਿਹੜਾ ਚੀਜ਼ ਤੁਹਾਡੇ ਨਾਲ ਜੁੜ ਜਾਂਦੀ ਆ ਨਾ, ਉਹ ਆਪਾਂ ਲਾ ਨਹੀਂ ਸਕਦੇ। ਪਹਿਲੀ ਗੱਲ ਇਹ ਸੀ ਵੀ ਮੈਨੂੰ ਖਦਸ਼ਾ ਸੀ ਇਸ ਗੱਲ ਦਾ
ਵੀ ਜਦੋਂ ਸੜਕਨਾਮਾ ਮੇਰੇ ਨਾਂ ਨਾਲ ਜੋੜਨ ਲੱਗ ਗਿਆ ਨਾ ਥੋੜਾ ਥੋੜਾ, ਮੈਂ ਕਿਹਾ ਇਹ ਮੇਰੀਆਂ ਸਾਰੀਆਂ ਲਿਖਤਾਂ ਨੂੰ ਖਾ ਜਾਣਾ ਹੈ, ਮੇਰੀਆਂ ਕਹਾਣੀਆਂ ਵੀ ਖਾ ਲਈ ਹੈ। ਜੇ ਕੋਈ ਰਚਨਾ ਤਾਂ ਸੜਕਨਾਮਾ ਹੀ ਉਹਦੇ ਤੇ ਖਾ ਵੀ ਰਹਿਣਾ। ਪਰ ਜਦੋਂ ਮੈਨੂੰ ਬਲਦੇਵ ਸਿੰਘ ਲਾਲ ਬੱਤੀ ਕਹਿਣ ਲੱਗ ਕੇ, ਮੈਂ ਕਿਹਾ ਸੜਕਨਾਮਾ ਥੋੜਾ ਪਿੱਛੇ ਹੋ ਗਿਆ, ਮਤਲਬ ਅੱਗੇ ਲਾਲ ਬੱਤੀ ਤੋਂ ਬਾਅਦ ਅੰਨਦਾਤਾ ਆਇਆ, ਫਿਰ ਉਹ ਅੰਨਦਾਤਾ ਚਿੱਠੀ ਆਉਣ ਲੱਗ ਪਈ, ਥੱਲੇ ਬ੍ਰੈਕਟ ਐਨਐਸ ਰਤਨ ਦੀ ਚਿੱਠੀ ਆਈ ਅੰਨਦਾਤਾ ਲਿਖ ਕੇ। ਮੈਂ ਕਿਹਾ ਇਹਦਾ ਮਤਲਬ ਹੈ ਵੀ ਐ ਤਾਂ ਤੁਹਾਨੂੰ ਮਹਿਸੂਸ ਹੁੰਦਾ ਨਾ ਵੀ ਤੁਸੀਂ ਲਾਲ ਸੜਕਨਾਮਾ ਤੇ ਨਹੀਂ ਖੜੇ, ਤੁਸੀਂ ਲਾਲ ਬੱਤੀ ਤੇ ਵੀ ਨਹੀਂ ਖੜੇ, ਤੇ ਅੰਨਦਾਤਾ ਤੇ ਨਹੀਂ ਖੜੇ। ਉਦੋਂ ਕਹਾ ਫਿਰ ਢਾਵਾ ਦੀ ਜਿਹਦੇ ਕਿੰਗਰੇ ਵੀ ਜੁੜਿਆ, ਫਿਰ ਸੋਨੇ ਦੀ ਅੱਖ ਜੁੜਿਆ, ਤੇ ਉਹ ਸਾਰਾ ਕੁਝ। ਫਿਰ ਬਾਅਦ ਚ ਇਹ ਬਣ ਗਈ ਧਾਰਨਾ, ਜਿੱਥੇ ਕਿਤੇ ਕਿਸੇ ਨੇ ਪੜ੍ਹਨਾ ਬੋਲਣਾ ਜਾਂ ਮੇਰੇ ਬਾਰੇ ਕੋਈ ਗੱਲ ਕਰਨੀ, ਇਹ ਕਹਿੰਦੇ ਜੀ ਉਹ ਅਸੀਂ ਲੇਖਕ ਬਣਾ ਰਹੇ ਆ ਜਿਹਦੀ ਹਰ ਰਚਨਾ ਉਹਦੇ ਨਾਮ ਨਾਲ ਜੁੜ ਜਾਂਦੀ। ਇੱਥੋਂ ਤੱਕ ਚਲੋ ਇਹ ਬੜਾ, ਇਹ ਵੀ ਇੱਕ ਬਹੁਤ ਵੱਡੀ ਮਤਲਬ ਗੱਲ ਹੈ ਕਿ ਮਤਲਬ ਇੱਕ ਲੇਖਕ ਨੂੰ ਉਹਦੀਆਂ ਇੰਨੀਆਂ ਕਿਰਤਾਂ ਦੇ ਨਾਲ, ਜਿੱਦਾਂ ਹੁਣ ਸ਼ਿਵ ਕੁਮਾਰ ਨੂੰ ਮਤਲਬ ਲੂਣਾ ਦੇ ਨਾਲ ਜਾਣ ਜਾਂਦਾ, ਪਰ ਤੁਸੀਂ ਆਪਣੇ ਢੰਗ ਨਾਲ ਵੱਖਰਾ ਲਿਖਿਆ ਤੇ ਉਹਦੇ ਨਾਲ ਤੁਸੀਂ ਹਰ ਆਪਣੀ ਰਚਨਾ ਦੇ ਨਾਲ ਬਹੁਤ ਵੱਡਾ ਪਾਠਕ ਵਰਗ ਦਾ ਹੁਨਾਰਾ ਜਿਹੜਾ ਨਾ ਉਹ ਇੱਕ ਕਿਸਮ ਦਾ ਨਾ ਉਹ ਸਮਝ ਲਓ ਪ੍ਰੇਰਨਾ ਹੀ ਹੈ। ਅੱਛਾ, ਇੱਕ ਆਪਣੇ ਬਲਦੇਵ ਜੀ, ਮੈਂ ਵੀ ਖੁਦ ਵੀ ਕੋਈ ਜ਼ਿੰਦਗੀ ਦਾ ਬਹੁਤ ਖੂਬਸੂਰਤ ਲਮਹਾ, ਜ਼ਿੰਦਗੀ ਦੇ ਨਹੀਂ ਖੂਬਸੂਰਤਾਂ ਨਹੀਂ ਮੇਰਾ ਖਿਆਲ ਹੈ ਸ਼ਾਇਦ ਆਈ ਨਹੀਂ ਹੁਣੇ ਜ਼ਿੰਦਗੀ ਚ, ਜਿਸ ਤਰ੍ਹਾਂ ਦੇ ਜੀਵਨ ਮੈਂ ਹਟਾਇਆ ਹੈਗਾ। ਉਦਾਸ ਲਮਹਾ, ਉਦਾਸ ਘਟਨਾ ਇਹ ਹੈ ਵੀ ਜਦੋਂ ਮੈਂ ਲੈ ਕੇ ਗਿਆ ਉਧਰੋਂ ਟਰੱਕ ਲੈ ਕੇ ਇਧਰੋਂ ਲੈ ਕੇ, ਅਸੀਂ ਹਿੰਦੁਸਤਾਨ ਲੀਵਰ ਨਾਲ ਕੰਟੈਕਟ ਸੀਗਾ, ਉਤੋਂ ਸਾਬਣ ਡੀਲਕਸ ਸੋਪ ਜਿਹੜੀ ਸਾਬਣ ਸੂਪ ਹੁੰਦੀ ਹੈ, ਇਹ ਅਸੀਂ ਅਸਾਮ ਲੈ ਕੇ ਜਾਂਦੇ ਸੀ। ਉਹ ਇਹ ਗੱਡੀ ਦੇ ਵਿੱਚ ਹੀ ਆ ਜਾਂਦੀ ਸੀ ਕਿਉਂ ਹੈਵੀ ਹੈ। ਉਧਰੋਂ ਜਦੋਂ ਮੈਂ ਵਾਪਸ ਮੁੜਨ ਲੱਗਾ ਤੇ ਮੈਨੂੰ ਕਹਿੰਦੇ ਵੀ ਮਾਲ ਤਾਂ 2-3-4 ਦਿਨ ਨਹੀਂ ਮਿਲਣਾ, ਪਰ ਰੂਹ ਦੀਆਂ ਗੰਢਾਂ ਪਈਆਂ ਵੀ ਇਹ ਲੈ ਜਾ ਆਪਾਂ ਕਲਕੱਤੇ ਪਹੁੰਚਾਉਣੀਆਂ। ਤੇ ਮੈਂ ਕਿਹਾ ਲੱਗ ਦਿਓ। ਮੈਂ ਉਦੋਂ ਨਵਾਂ ਸਮਝ ਲਓ ਸਾਲ ਕੁ ਦਾ ਐਕਸਪੀਰੀਅੰਸ ਸੀਗਾ ਡਰਾਈਵਰੀ ਦਾ, ਟਰੱਕ ਡਰਾਈਵਰੀ ਦਾ, ਜ਼ਿਆਦਾ ਨਹੀਂ ਸੀ ਲੰਬਾ, ਜਿਹੜੀ ਉਹਨਾਂ ਡਰਾਈਵਰਾਂ ਵਾਂਗੂ ਮੈਂ ਦਾ ਖੇਡਣ ਨਹੀਂ ਸੀ ਜਾਣਦਾ। ਮੈਂ ਕਿਹਾ ਲੱਦ ਦਿਓ। ਉਹਨਾਂ ਨੇ ਟਰੱਕ ਦੇ ਉੱਤੋਂ ਤਾਂ 2-2 ਗੰਢਾਂ ਹੋਰ ਨਿਕਲ ਗਈਆਂ ਉੱਪਰੋਂ, ਤਰਪਾਤ ਪਾ ਕੇ ਜਿਹੜਾ ਕੋਈ ਆਵੇ ਕੌਣ ਹੈ ਐ ਪੁੱਛਣ ਛੇੜ ਕੌਣ ਇਹ ਪੁਰਾਣੇ ਬੰਦੇ। ਮੈਂ ਕਿਹਾ ਯਾਰ ਗੜਬੜ ਹੋ ਗਈ। ਅੱਛਾ, ਗਾਂ ਪਹਾੜੀ ਰਸਤਾ ਹੈ, ਮੋੜ ਕੋੜ ਛੋੜੇ ਸਿੰਗਲ ਰੋਡ ਹੁੰਦੇ ਸੀ ਨਾ, ਤੇ ਮੈਨੂੰ ਹੈਲਪਰ ਨੇ ਵੀ ਨਹੀਂ ਖਲਾਸੀ ਅਸੀਂ ਕਹਿੰਦੇ ਉੱਤੇ, ਉਹਨੇ ਵੀ ਮੈਨੂੰ ਕਿਹਾ ਵੀ ਆਪਣਾ ਮਾਲ ਬਹੁਤ ਜ਼ਿਆਦਾ ਉੱਚਾ ਹੋ ਗਿਆ। ਤੇ ਇਹ ਵੀ ਨਹੀਂ ਮੈਨੂੰ ਪਤਾ ਸੀ ਵੀ 6-7 ਡਰਾਈਵਰ ਪਹਿਲਾਂ ਜਵਾਬ ਦੇ ਗਏ ਆ ਵੀ ਅਸੀਂ ਨਹੀਂ ਜਾਣਾ ਹੈਗਾ। ਮੈਂ ਤੁਰ ਪਿਆ ਜੀ ਉਧਰੋਂ, ਤੁਰਿਆ, ਪਹਾੜੀ ਰਸਤਾ ਵੀ ਨਿਕਲਿਆ, ਇੱਕ ਪਲੇਨ ਸੀਗਾ 20 ਕਿਲੋਮੀਟਰ ਦਾ ਰਾਹ, ਕਾ ਫਿਰ ਪਹਾੜੀਆਂ ਹੁੰਦੀਆਂ ਸੀ। ਉਹ ਜਿਹੜਾ ਪਲੇਨ ਰਸਤਾ ਦੇ ਵਿਚਾਲੇ ਇੱਕ ਵੈਲੀ ਸੀ ਜਿਹੜੀ, ਉਹਦੀ ਸੜਕ ਸੀਗੀ ਸਿੰਗਲ, ਤੇ ਉਹ ਸੀਗੀ ਇਸ ਤਰ੍ਹਾਂ ਪਤਾ ਨਹੀਂ ਸੀ ਲੱਗਦਾ। ਅੱਛਾ, ਉਦੋਂ ਜਦੋਂ ਮੈਂ ਆ ਰਿਹਾ ਸੀ ਹਿਸਾਬ ਨਾਲ ਹੀ, ਤੇ ਜਦੋਂ ਗੱਡੀ ਐ ਨਹੀਂ ਗਈ ਤੇ ਫੇਰ ਆਏ ਗਈ, ਉਦੋਂ ਮੈਨੂੰ ਇਹ ਨਹੀਂ ਸੀ ਐਕਸਪੀਰੀਅੰਸ ਵੀ ਡਾਊਨਲੋਡ ਮਾਰ ਕੇ ਰੇਸ ਘਟਾ ਲਓ ਬ੍ਰੇਕ ਨਾਲ। ਇੰਨਾ ਮੈਂ ਆਪਣੇ ਆਪ ਹੀ ਗਲਤੀ ਸਮਝਦਾ ਕਿ ਮੇਰੀ ਗਲਤੀ ਸੀ। ਉਹ ਜਦੋਂ ਗੱਡੀ ਐ ਮੁੜੀ ਮੈਂ ਉਹਨੂੰ ਮੈਂ ਕਿਹਾ ਆਪਣੀ ਗੱਡੀ ਡੋਲ ਰਹੀ ਹੈ ਤੇ ਮੈਂ ਬ੍ਰੇਕ ਨੱਪ ਦੇ ਤੇ ਗੱਡੀ ਪਲਟ ਗਈ। ਤੇ ਗੰਢਾਂ ਗੁੰਡਾਂ ਦੇ ਰਸੇ ਟੁੱਟ ਕੇ ਖੁੱਲ ਗਈਆਂ ਤੇ ਥੱਲੇ ਨਦੀ ਸੀ, ਇੱਕ ਨਦੀ ਹੈ ਸੜਕ ਜਾ ਰਹੀ ਹੈ, ਤੇ ਇੱਕ ਟੁੱਟੀ ਜਿਹੀ ਕਿੱਕਰ ਜਿਹੜੀ ਉਹਦੇ ਤੇ ਤਾਂ ਮੈਂ ਕਹਿੰਦਾ ਵੀ ਉਹਦੇ ਵਿੱਚ ਉਹ ਫਸ ਗਿਆ। ਟਰੱਕ ਦੀਆਂ ਜਿਹੜੀਆਂ ਬਾਡੀ ਦੇ ਵਿੱਚ ਗੰਢਾਂ ਸੀ ਨਾ, ਇੱਕ ਗੰਢ ਉਹਦੇ ਚ ਫਸ ਗਈ, ਉਹਨੇ ਗੱਡੀ ਟੇਢੀ ਰੋਕ ਗਈ। ਅੱਛਾ, ਬਲਦੇਵ ਸਿੰਘ ਮੋਗਾ ਜੀ, ਬਲਦੇਵ ਸਿੰਘ ਸੜਕਨਾਮਾ ਜੀ, ਬਲਦੇਵ ਸਿੰਘ ਅੰਨਦਾਤਾ ਜੀ, ਬਹੁਤ ਵਧੀਆ ਲੱਗਾ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ। ਜਿਹੜੀਆਂ ਗੱਲਾਂ ਮੈਂ ਨਹੀਂ ਸੀ ਜਾਣਦਾ ਉਹ ਜਾਣੀਆਂ, ਤੇ ਤੁਹਾਡਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ। ਤੇ ਅਸੀਂ ਜਿਹੜੀ ਗੱਲਬਾਤ ਕੀਤੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਟੂਡੀਓ 'ਚ ਆਏ, ਤੇ ਬਹੁਤ ਸਾਰੀਆਂ ਗੱਲਾਂ ਮੈਨੂੰ ਵੀ ਜਾਣਨ ਦਾ ਮੌਕਾ ਮਿਲਿਆ, ਸਾਡੇ ਦਰਸ਼ਕਾਂ ਨੂੰ, ਪਾਠਕਾਂ ਨੂੰ, ਤੁਹਾਡੇ ਨਵੇਂ ਪਾਠਕਾਂ ਨੂੰ, ਦਰਸ਼ਕਾਂ ਨੂੰ। ਤੇ ਇੱਕ ਵਾਰ ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ। ਮੈਂ ਵੀ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਵੀ ਇਹ ਗੱਲਾਂ ਦਾ ਜੇ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਮੈਂ ਇਹੀ ਕਹਿੰਦਾ ਵੀ ਜ਼ਰੂਰ ਇਤਿਹਾਸ ਸਾਨੂੰ ਪੜ੍ਹਨਾ ਚਾਹੀਦਾ ਹੈ। ਇਤਿਹਾਸ ਪੜ੍ਹੋ, ਜਾਣੋ, ਹਰ ਮਨੁੱਖ ਦੇ ਵਿੱਚ ਚੰਗੇ ਮਾੜੇ ਗੁਣ ਹੁੰਦੇ ਨੇ, ਅਸੀਂ ਉਹਨੂੰ ਸਵੀਕਾਰੀਏ। ਔਰ ਅੱਜ ਇੱਥੇ ਜਿਸ ਤਰ੍ਹਾਂ ਮਨਦੀਪ ਸਿੱਧੂ ਹੋਰਾਂ ਦੇ ਸੱਦੇ ਤੇ ਇੱਥੇ ਅੱਜ ਮੇਰੇ ਨਾਲ ਗੱਲਬਾਤ ਹੋਈ ਹੈ, ਆਪਣਾ ਆਪ ਜਿਹੜਾ ਹੈ ਮੈਂ ਕੋਸ਼ਿਸ਼ ਕੀਤੀ ਹੈ ਵੀ ਆਪਣੀ ਗੱਲ ਨਾਲ ਇਨਸਾਫ ਕਰ ਸਕਾਂ।
ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਹ ਸਨ ਬਲਦੇਵ ਸਿੰਘ ਸ਼ੜਕਨਾਮਾ ਜੀ, ਜਿਨ੍ਹਾਂ ਬਾਰੇ ਆਪਾਂ ਗੱਲਬਾਤ ਕੀਤੀ, ਇਹਨਾਂ ਬਾਰੇ ਜਾਣਿਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਹੁਣ ਅਗਲੇ ਹਫਤੇ ਫਿਰ ਕਿਸੇ ਹੋਰ ਸ਼ਖਸੀਅਤ ਨਾਲ ਮਿਲਾਂਗੇ ਮਨਦੀਪ ਕੌਰ ਸਿੱਧੂ ਦੇ ਪੇਜ ਤੇ, ਚੈਨਲ ਤੇ। ਉਦੋਂ ਤੱਕ ਸਾਨੂੰ ਇਜਾਜ਼ਤ ਦਿਓ। ਬਹੁਤ ਬਹੁਤ ਤੁਹਾਡਾ ਧੰਨਵਾਦ।